ਹੈਲੋ ਜੀ, ਕਾਂਚੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਹਰਮਿੰਦਰ ਰੱਤੂ ਵੱਲੋਂ ਪੰਜਾਬੀ ਕਲਚਰ ਵਿੱਚ ਜੀ ਆਇਆਂ ਆਖਦੇ ਹਾਂ। ਅਸੀਂ ਸਤਿਗੁਰ ਦੀ ਕਿਰਪਾ ਦੇ ਨਾਲ ਪਹੁੰਚ ਗਏ ਹਾਂ ਤੁਹਾਡਾ ਸਾਥ ਲੈਣ ਵਾਸਤੇ। ਆਸ ਕਰਦੇ ਹਾਂ ਕਿ ਤੁਸੀਂ ਵੀ ਆਪਣੇ ਘਰਾਂ ਵਿੱਚ ਵਾਹਿਗੁਰੂ ਦੀ ਕਿਰਪਾ ਦੇ ਨਾਲ ਠੀਕ ਹੋਵੋਗੇ। ਪਹਿਲਾਂ ਆਪਾਂ ਸਾਰਿਆਂ ਨੂੰ ਜੈ ਗੁਰਦੇਵ, ਜੈ ਭੀਮ, ਜੈ ਵਾਲਮੀਕ ਜੀ ਦੀ ਆਦ ਨਮਸਤੇ, ਸਤਿ ਸ਼੍ਰੀ ਅਕਾਲ ਅਤੇ ਗੁੱਡ ਆਫਟਰਨੂਨ ਕਹਿੰਦੇ ਹਾਂ ਜੀ। ਅਤੇ ਅੱਜ ਦਾ ਪ੍ਰੋਗਰਾਮ ਆਪਾਂ ਸਰਦੀ 'ਤੇ ਰੱਖਿਆ ਆ, ਠੰਡ 'ਤੇ, ਕਿਉਂਕਿ ਸਰਦੀ ਦਾ ਮੌਸਮ ਹੁਣ ਆ ਰਿਹਾ ਹੈ ਅਤੇ ਇਸ ਕਰਕੇ ਸਰਦੀ ਅਤੇ ਠੰਡ 'ਤੇ ਅੱਜ ਦਾ ਮੌਸਮ ਰੱਖਿਆ ਹੈ। ਤੁਸੀਂ ਆਪੋ ਆਪਣੇ ਵਿਚਾਰ, ਆਪੋ ਆਪਣੇ ਜੋ ਵੀ ਤੁਸੀਂ ਵਿਚਾਰ ਦੇਣੇ ਹੋ ਤਾਂ ਸਾਡੇ ਨਾਲ ਸਾਥ ਕਰ ਸਕਦੇ ਹੋ ਅਤੇ ਆ ਕੇ ਸਾਡੇ ਨਾਲ ਸਾਥ ਦੇ ਸਕਦੇ ਹੋ। ਆਪਣੀ ਕੋਈ ਵੀ ਵਿਚਾਰ, ਕਵਿਤਾ, ਗੀਤ ਸਰਦੀ 'ਤੇ ਪੜ੍ਹ ਸਕਦੇ ਹੋ ਜੀ। ਅਤੇ ਪਹਿਲਾਂ ਆਪਾਂ ਦੱਸਦੇ ਜਾਈਏ, 30 ਅਕਤੂਬਰ ਨੂੰ ਦੀਨਾ ਡਾਂਸ ਕਾਂਚੀ ਟੀਵੀ ਵੱਲੋਂ ਇਹ ਪ੍ਰੋਗਰਾਮ ਕੀਤਾ ਗਿਆ ਹੈ। ਸ਼੍ਰੀ ਗੁਰੂ ਰਵਿਦਾਸ ਟੈਂਪਲ ਦੇ ਮੂਹਰੇ ਜਿਹੜਾ ਕਮਿਊਨਿਟੀ ਸੈਂਟਰ ਆ, ਉੱਥੇ ਹਾਲ ਹੈ। ਤੁਸੀਂ ਅੱਗੇ ਵੀ ਆਏ ਹੈ ਅਤੇ ਹੁਣ ਵੀ ਤੁਸੀਂ ਸਾਰਿਆਂ ਨੇ ਹੁਮ ਹੁਮਾ ਕੇ ਆਉਣਾ ਅਤੇ ਟਿਕਟ ਸਾਰੇ ਪ੍ਰਜੈਂਟਰਾਂ ਕੋਲ ਵੀ ਹਨ ਅਤੇ ਡੋਰ 'ਤੇ ਵੀ ਟਿਕਟ ਮਿਲ ਜਾਣਗੇ। ਸਾਰਿਆਂ ਨੇ ਰੌਣਕ ਵਧਾਉਣੀ। 20 ਪੌਂਡ ਟਿਕਟ ਆ। ਜੋ ਵੀ ਅੱਗੇ ਕਮੀ ਪੇਸ਼ੀਆਂ ਰਹਿ ਗਈਆਂ ਹਨ ਉਹ ਕਾਂਚੀ ਟੀਵੀ ਜ਼ਰੂਰ ਪੂਰਾ ਕਰੇਗਾ। ਅਤੇ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ, ਪਰ ਜਿੰਨਾ ਚਿਰ ਕੋਈ ਗਲਤੀ ਨਾ ਹੋਵੇ ਤਾਂ ਆਪਾਂ ਨੂੰ ਸੁਧਾਰ ਕਰਨੇ ਦਾ ਮੌਕਾ ਨਹੀਂ ਮਿਲਦਾ। ਅਤੇ ਇਸ ਕਰਕੇ ਤੁਸੀਂ ਆ ਕੇ ਸਾਰਿਆਂ ਨੇ ਰੌਣਕ ਵਧਾਉਣੀ ਅਤੇ ਵਧੀਆ ਵਧੀਆ ਸਿੰਗਰ ਆਏ ਹੋਣੇ ਆ, ਇੰਜੋਏ ਕਰਨੀ। ਅਤੇ ਹਾਂਜੀ, ਹੈਲੋ ਜੀ। ਹਾਂਜੀ, ਜੈ ਗੁਰਦੇਵ ਜੀ, ਮੈਂ ਸਤਿਆ ਮੈਮ ਬੋਲ ਰਹੀ ਹਾਂ। ਧੰਨ ਗੁਰਦੇਵ ਜੀ। ਭੈਣ ਜੀ, ਜੀ ਆਇਆਂ ਨੂੰ। ਵਾਕਿਆ ਜੀ ਤੁਸੀਂ ਅੱਜ ਦੱਸਿਆ ਕਿ ਸਰਦੀ, ਠੰਡ ਜੀ, ਤੇ ਹੁਣ ਤੁਹਾਨੂੰ ਪਤਾ ਹੀ ਆ ਕਿ ਦਿਨ ਆ ਗਏ ਆ ਠੰਡ ਦੇ ਜੀ। ਹਾਂਜੀ, ਸਾਡੇ ਤੇ ਵਿਚਾਰੇ ਆ ਕਿ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਭਰਾਵੋ, ਠੰਡਾ ਤੋਂ ਨਿਆਣਿਆਂ ਨੂੰ ਬਚਾਓ ਤੇ ਆਪ ਵੀ ਬਚੋ ਜੀ, ਕਿਉਂਕਿ ਇਹ ਰੁੱਤਾਂ ਕਦੀ ਗਰਮੀ, ਕਦੀ ਸਰਦੀ, ਕਦੀ ਕੁਛ, ਇਹ ਤਾਂ ਕੁਛ ਹੁੰਦਾ ਹੀ ਆ। ਪਰ ਲੇਕਿਨ ਜਿਹੜਾ ਠੰਡ ਤੋਂ ਬਚਣਾ ਬਹੁਤ ਜ਼ਰੂਰੀ ਆ ਜੀ। ਠੰਡੇ ਮੌਸਮ ਵਿੱਚ ਗਰਮ ਚਾਹ ਪਾਣੀ ਪੀਓ, ਸੋਹਣਾ ਕਾੜੇ ਕੂੜੇ ਬਣਾ ਕੇ ਪੀਓ, ਬੱਚਿਆਂ ਨੂੰ ਵੀ ਪਿਲਾਓ ਤੇ ਆਪ ਵੀ ਪੀਓ। ਤੇ ਹੀਟਰ ਦੀ ਵੀ ਜ਼ਰੂਰ ਤੁਸੀਂ ਲਾਉਣਾ ਸ਼ੁਰੂ ਕਰ ਦਿਓ ਜੀ, ਕਿਉਂਕਿ ਠੰਡ ਤੋਂ ਬਚਣਾ ਬਹੁਤ ਜ਼ਰੂਰੀ ਆ। ਹਾਂਜੀ, ਕਿਉਂਕਿ ਬਿਮਾਰੀ ਤਾਂ ਅੱਗੇ ਜਿਹੜੀ ਹੈਗੀ ਆ ਪਰ ਠੰਡ ਦੇ ਵਿੱਚ ਫਿਰ ਥੋੜ੍ਹੀ ਜਿਹੀ ਜ਼ਿਆਦਾ ਆਪਾਂ ਨੂੰ ਖਿਆਲ ਰੱਖਣਾ ਪੈਣਾ ਆ ਜੀ। ਇਸ ਕਰਕੇ ਜ਼ਰੂਰ ਠੰਡ ਤੋਂ ਬਚਣ ਵਾਸਤੇ ਗਰਮ ਕੱਪੜੇ ਪਾਓ, ਘਰ ਵੀ ਨਿੱਘਾ ਰੱਖੋ ਤੇ ਆਪ ਵੀ ਨਿੱਘੇ ਰਹੋ ਤੇ ਬਾਕੀ ਵੀ ਕਿਸੇ ਭੈਣ ਭਰਾ ਨੂੰ ਦੱਸੋ ਜਾਂ ਆਂਢ ਗੁਆਂਢ 'ਚ ਕੋਈ ਸਿਆਣਾ ਆ ਉਹਨਾਂ ਦੀ ਮਦਦ ਕਰੋ ਜੀ। ਇਸੇ ਨਾਲ ਜੀ ਮੈਂ ਇੱਕ ਸ਼ਬਦ ਪੜ੍ਹਨਾ ਚਾਹੁੰਦੀ ਹਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ। ਜ਼ਰੂਰ ਜੀ। ਕਹਿੰਦੇ, ਖੁਸ਼ ਹੋ ਗਈ ਕਾਦਰ ਦੀ ਕੁਦਰਤ ਜੀ, ਜਦ ਪੱਬ ਧਰਤੀ ਤੇ ਲਾਏ, ਹਾਂਜੀ, ਰੋਂਦੀ ਰੋਂਦੀ ਮਨੁੱਖਤਾ ਦਾ ਗੁਰੂ ਭਲਾ ਕਰਨ ਲਈ ਆਏ। ਹਾਂਜੀ, ਧਰਮ ਪਾਪ ਦਾ ਚੋਲਾ ਸਿਖਰੀ, ਜ਼ੁਲਮ ਦੇ ਬੱਦਲ ਛਾਏ, ਚੁੰਬਰ ਰੱਬ ਰਵਿਦਾਸ ਬਣ ਕੇ ਧਰਤੀ ਤੇ ਫਿਰਕੇ ਪਾਏ। ਜੀ, ਪ੍ਰਗਟੇ ਗੁਰੂ ਰਵਿਦਾਸ ਪਿਆਰੇ। ਜੀ। ਜਗਮਗ ਜਗਮਗ ਟਿਮਕਣ ਤਾਰੇ, ਪ੍ਰਗਟ ਹੋਏ ਰਵਿਦਾਸ ਪਿਆਰੇ। ਸੰਤੋਖ ਪਿਤਾ ਦੇ ਰਾਜ ਦੁਲਾਰੇ, ਮਾਂ ਕਲਸ਼ਾ ਦੀ ਅੱਖ ਦੇ ਤਾਰੇ। ਨੱਚਦੀ ਧਰਤੀ ਚੁੰਬੇ ਅੰਮ੍ਰਿਤ, ਖੜਕ ਗਏ ਟਲ ਰੱਬ ਦੇ ਮੰਦਰ। ਸਜਦਾ ਕਰਨ ਫਰਿਸ਼ਤੇ ਸਾਰੇ, ਲੁੱਟੇ ਰੱਬ ਦੇ ਰੂਪ ਨਜ਼ਾਰੇ। ਪ੍ਰਗਟ ਹੋਏ ਰਵਿਦਾਸ ਪਿਆਰੇ, ਮਾਂ ਕਲਸ਼ਾ ਦੀ ਅੱਖ ਦੇ ਤਾਰੇ।
ਦੁੱਖ ਦੀਆਂ ਕਾਲੀਆਂ ਰਾਤਾਂ ਮੁੱਕੀਆਂ, ਦਾਤਾ ਰੱਬ ਦੀਆਂ ਦਰ ਤੇ ਟੁਕੀਆਂ। ਰੱਬ ਨੇ ਦਿੱਤੇ ਖੋਲ ਭੰਡਾਰੇ, ਹੁਣ ਨਾ ਬਿਲਕਣ ਕਰਮਾਂ ਮਾਰੇ। ਪ੍ਰਗਟ ਹੋਏ ਰਵਿਦਾਸ ਪਿਆਰੇ, ਮਾਂ ਕਲਸ਼ਾ ਦੀ ਅੱਖ ਦੇ ਤਾਰੇ। ਫੁੱਲ ਕਲੀਆਂ ਤੇ ਖਿੜ ਗਏ ਚਿਹਰੇ, ਮੋਲ ਲਿਆਏ ਸੋਨ ਸਵੇਰੇ। ਪੂਰ ਦਿਓ ਧਰਮਾਂ ਦੇ ਪਾੜੇ, ਮੁੱਕ ਜਾਵਣਗੇ ਹੰਝੂ ਖਾਰੇ। ਪ੍ਰਗਟ ਹੋਏ ਰਵਿਦਾਸ ਪਿਆਰੇ, ਮਾਂ ਕਲਸ਼ਾ ਦੀ ਅੱਖ ਦੇ ਤਾਰੇ। ਚਾਨਣ ਕਰ ਗਿਆ ਦੁੱਖਾਂ ਦੇ ਵੇੜੇ, ਥੱਕ ਗਏ ਜ਼ੁਲਮ ਪਾਪ ਤੇ ਡੇਰੇ। ਪੈ ਜਾਵਣਗੇ ਜ਼ੁਲਮ ਚਵਾਰੇ, ਚੁੰਬਰ ਉਸਦੇ ਇੱਕ ਇਸ਼ਾਰੇ। ਪ੍ਰਗਟ ਹੋਏ ਰਵਿਦਾਸ ਪਿਆਰੇ, ਪਿਤਾ ਸੰਤੋਖ ਦੇ ਰਾਜ ਦੁਲਾਰੇ। ਮਾਂ ਕਲਸ਼ਾ ਦੀ ਅੱਖ ਦੇ ਤਾਰੇ, ਮਾਂ ਕਲਸ਼ਾ ਦੀ ਅੱਖ ਦੇ ਤਾਰੇ। ਜੈ ਗੁਰਦੇਵ ਤੇ ਧੰਨ ਗੁਰਦੇਵ। ਧੰਨ ਗੁਰਦੇਵ ਜੀ, ਧੰਨ ਗੁਰਦੇਵ। ਇਹ ਸਨ ਸੱਤਿਆ ਜੀ ਵੈਡਫੋਰਡ ਤੋਂ। ਇਹਨਾਂ ਨੇ ਸਤਿਗੁਰਾਂ ਦੀ ਮਹਿਮਾ ਪੜ੍ਹੀ ਹੈ, ਬਹੁਤ ਹੀ ਸੁੰਦਰ, ਅਤੇ ਨਾਲੇ ਸਰਦੀ ਬਾਰੇ ਵੀ ਦੱਸ ਕੇ ਗਏ ਹਨ। ਉਹ ਕਹਿ ਕੇ ਗਏ ਹਨ ਕਿ ਗਰਮ ਕੱਪੜੇ ਅਤੇ ਗਰਮ ਡਰਿੰਕ ਪੀਵੋ ਅਤੇ ਸਿਹਤ ਠੀਕ ਰਹਿ ਸਕਦੀ ਹੈ। ਕਿਉਂ ਜੀ? ਤੁਹਾਨੂੰ ਪਤਾ ਹੀ ਹੈ ਕਿ ਅੱਜ ਦੇ ਸਮੇਂ ਵਿੱਚ ਡਾਕਟਰਾਂ ਦਾ ਵੀ ਟਾਈਮ ਨਹੀਂ ਮਿਲਦਾ, ਕਿਉਂਕਿ ਡਾਕਟਰਾਂ ਦੇ ਚੱਕਰ ਨਾਲੋਂ। ਹਾਂਜੀ, ਹੈਲੋ ਜੀ। ਹੈਲੋ ਜੀ, ਜੈ ਗੁਰੂਦੇਵ। ਧੰਨ ਗੁਰਦੇਵ ਵੀਰ ਜੀ। ਮੈਂ ਮਦਨ ਬੇਦਲ ਡਾਕਟਰ ਤੋਂ ਜੀ, ਰੁੜਕੀ ਖਾਸ ਵਾਲਾ ਬੋਲਦਾ ਜੀ। ਜੀ ਆਇਆਂ ਨੂੰ ਵੀਰ ਜੀ। ਹਾਂਜੀ, ਮੈਂ ਸੁਣਿਆ ਨਹੀਂ, ਹੁਣੇ ਲਾਇਆ ਪ੍ਰੋਗਰਾਮ ਤੇ ਮਾਫ ਕਰਨਾ। ਕੋਈ ਨਹੀਂ। ਕਹਿੰਦੇ ਨਾ ਠੰਡ 'ਚ ਬੁੜਿਆਂ ਨੂੰ ਜ਼ਿਆਦਾ ਪੈਂਦੀ ਆ। ਨਹੀਂ, ਕਿਸੇ ਨੂੰ ਵੀ ਪੈ ਸਕਦੀ, ਐਸੀ ਨਹੀਂ ਕੋਈ ਗੱਲ। ਨਹੀਂ, ਜ਼ਿਆਦਾ ਸਿਆਣਿਆਂ ਨੂੰ ਜ਼ਿਆਦਾ ਹੁੰਦੀ ਆ ਜੀ। ਤੇ ਮੈਂ ਤੁਹਾਡਾ ਸੁਣਿਆ ਨਹੀਂ, ਮੈਂ ਮਾੜੀ ਜਿਹੀ ਗੱਲ ਨਹੀਂ ਕਰਦਾ। ਕਹਿੰਦਾ ਦੁਨੀਆ ਕੋਈ ਵੀ ਕੰਮ ਕਰਦੀ ਹੈ, ਪਹਿਲਾਂ ਉਹਦਾ ਨਫਾ ਨੁਕਸਾਨ ਦੇਖਦੀ ਆ ਜੀ। ਜੇ ਦੁਨੀਆ ਵਾਲੇ ਕਹਿੰਦੇ ਨਫਾ ਹੁੰਦਾ ਤਾਂ ਕਹਿੰਦੇ ਕੰਮ ਕਰਨਾ ਜੀ, ਜੇ ਨਹੀਂ ਹੁੰਦਾ ਤਾਂ ਕਹਿੰਦੇ ਗਈ ਜਵਾਨੀ ਆਇਆ ਬੁਢਾਪਾ। ਜਦੋਂ ਆ ਗਿਆ ਬੁਢਾਪਾ ਪੈ ਗਿਆ ਸਿਆਪਾ। ਕਿਹੜੀਆਂ ਗੱਲਾਂ ਦਾ? ਹੱਡਾਂ ਨਾਲੋਂ ਮਾਸ ਵੀ ਜੁਦਾ ਹੋ ਗਿਆ। ਉਸ ਵੇਲੇ ਆਦਮੀ ਕਹਿੰਦਾ ਇਹੋ ਜਿਹਾ ਕੰਪਿਊਟਰ ਤਿਆਰ ਕਰ ਦਿੱਤਾ ਜਾਵੇ ਜਿਹੜਾ ਮੈਨੂੰ ਇੱਥੋਂ ਚੱਕ ਕੇ ਉੱਥੇ ਰੱਖ ਦੇ। ਸੱਜਣੋ, ਇਹ ਗੱਲਾਂ ਗਲਤ ਹੈ। ਰੱਬ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ, ਜਿਹੜੇ ਰੱਬ ਨੇ ਦਿੱਤੇ ਉਹ ਤੁਹਾਨੂੰ ਹੱਥ ਪੈਰ ਕਰਨ। ਰੱਬ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਨਿਆਰੀਆਂ, ਉਹਦੇ ਵਰਗੀ ਕੋਈ ਚੀਜ਼ ਨਹੀਂ ਹੁੰਦੀ। ਜਦੋਂ ਬੁਢਾਪਾ ਆ ਜਾਵੇ, ਆਦਮੀ ਦਾ ਇੱਕੋ ਸਹਾਰਾ ਰਹਿ ਜਾਂਦਾ, ਵਾਹਿਗੁਰੂ ਰਾਮ ਦੇ ਕਰਤਾਰ ਦਾ ਵਾਹਿਗੁਰੂ। ਫਿਰ ਆਦਮੀ ਕੀ ਕਹਿੰਦਾ? ਕੀ ਕਰੀਏ ਕਰਤਾਰ ਵਿੱਚ ਬੁਢਾਪੇ ਦੇ, ਕੀ ਕਰੀਏ ਕਰਤਾਰ ਵਿੱਚ ਬੁਢਾਪੇ ਦੇ। ਹੁਣ ਕੋਈ ਨਹੀਂ ਲੈਂਦਾ ਸਾਰ ਵਿੱਚ ਬੁਢਾਪੇ ਦੇ, ਹੁਣ ਕੋਈ ਨਾ ਲੈਂਦਾ ਸਾਰ ਵਿੱਚ ਬੁਢਾਪੇ ਦੇ। ਸੁੱਕ ਗਈ ਚਮੜੀ ਰਹਿ ਗਈਆਂ ਹੱਡੀਆਂ, ਸੁੱਕ ਗਈ ਚਮੜੀ ਰਹਿ ਗਈਆਂ ਹੱਡੀਆਂ। ਦੁੱਖਾਂ ਵਾਲੀਆਂ ਰਾਤਾਂ ਵੱਡੀਆਂ, ਹੁਣ ਦਿਨ ਵੀ 5 ਪਹਾੜ ਵਿੱਚ ਬੁਢਾਪੇ ਦੇ। ਕੀ ਕਰੀਏ ਕਰਤਾਰ ਵਿੱਚ ਬੁਢਾਪੇ ਦੇ। ਲੋ ਅੱਖਾਂ ਦੀ ਰਹਿੰਦੀ ਜਾਂਦੀ, ਹਾਂਜੀ, ਲੋ ਅੱਖਾਂ ਦੀ ਰਹਿੰਦੀ ਜਾਂਦੀ। ਨੂੰਹ ਨੇ ਸੁਣਦੀ, ਧੀ ਨਹੀਂ ਆਉਂਦੀ। ਹੋਇਆ ਮੰਦੜਾ ਹਾਲ ਵਿੱਚ ਬੁਢਾਪੇ ਦੇ। ਕੀ ਕਰੀਏ ਕਰਤਾਰ ਵਿੱਚ ਬੁਢਾਪੇ ਦੇ। ਹੁਣ ਕੋਈ ਨਾ ਲੈਂਦਾ ਸਾਰ ਵਿੱਚ ਬੁਢਾਪੇ ਦੇ। ਵਿੱਚ ਰਹਿਣ ਲਈ ਮਹਿਲ ਬਾੜੀਆਂ ਪਵਾਏ, ਰਹਿਣ ਲਈ ਮਹਿਲ ਬਾੜੀਆਂ ਪਵਾਏ। ਨੂੰਹਾਂ ਪੁੱਤਰ ਵਿੱਚ ਬਿਠਾਏ, ਮੇਰੀ ਮੰਜੀ ਬਾਹਰ ਵਿੱਚ ਬੁਢਾਪੇ ਦੇ। ਕੀ ਕਰੀਏ ਕਰਤਾਰ ਵਿੱਚ ਬੁਢਾਪੇ ਦੇ। ਹੁਣ ਕੋਈ ਨਾ ਲੈਂਦਾ ਸਾਰ ਵਿੱਚ ਬੁਢਾਪੇ। ਵਿੱਚ ਬੁਢਾਪੇ ਰੋਗ ਹਜ਼ਾਰਾਂ, ਵਿੱਚ ਬੁਢਾਪੇ ਰੋਗ ਹਜ਼ਾਰਾਂ। ਪਿੱਛਾ ਨਾ ਛੱਡਦਾ ਭਾਈਚਾਰਾ, ਖਾਂਸੀ ਔਰ ਬੁਖਾਰ ਵਿੱਚ ਬੁਢਾਪੇ ਦੇ। ਕੀ ਕਰੀਏ ਕਰਤਾਰ ਵਿੱਚ ਬੁਢਾਪੇ। ਹੁਣ ਕੋਈ ਨਾ ਲੈਂਦਾ ਸਾਰ ਵਿੱਚ ਬੁਢਾਪੇ ਦੇ। ਮਨ ਮਰਜ਼ੀ ਦਾ ਮਿਲੇ ਨਾ ਖਾਣਾ, ਮਨ ਮਰਜ਼ੀ ਦਾ ਮਿਲੇ ਨਾ ਖਾਣਾ। ਜੋ ਕੁਝ ਮਿਲਦਾ ਉਹੀਓ ਖਾਣਾ। ਝਿੜਕਾਂ ਪੈਣ ਹਜ਼ਾਰ ਵਿੱਚ ਬੁਢਾਪੇ ਦੇ। ਕੀ ਕਰੀਏ ਕਰਤਾਰ ਵਿੱਚ ਬੁਢਾਪੇ ਦੇ। ਹੁਣ ਕੋਈ ਨਾ ਲੈਂਦਾ ਸਾਰ ਵਿੱਚ ਬੁਢਾਪੇ। ਮਨ ਮਰਜ਼ੀ ਦਾ ਮਿਲੇ ਨਾ ਖਾਣਾ,
ਜੋ ਕੁਝ ਮਿਲਦਾ ਉਹੀਓ ਖਾਣਾ, ਲੱਗਦਾ ਨਹੀਂ ਸਵਾਦ ਵਿੱਚ ਬੁਢਾਪੇ ਦੇ, ਕੀ ਕਰੀਏ ਕਰਤਾਰ ਵਿੱਚ ਬੁਢਾਪੇ ਦੇ, ਹੁਣ ਕੋਈ ਨਾ ਲੈਂਦਾ ਸਾਰ ਵਿੱਚ ਬੁਢਾਪੇ ਤੇ, ਦਾਨ ਪੁੰਨ ਮੇਤੋਂ ਨਹੀਂ ਹੋਇਆ, ਕੁਝ ਮੈਂ ਖਾਇਆ ਕੁਝ ਮੈਂ ਖੋਇਆ, ਹੁਣ ਮੈਂ ਹੋਈ ਲਾਚਾਰ ਵਿੱਚ ਬੁਢਾਪੇ ਦੇ, ਕੀ ਕਰੀਏ ਕਰਤਾਰ ਵਿੱਚ ਬੁਢਾਪੇ, ਹੁਣ ਕੋਈ ਨਾ ਲੈਂਦਾ ਸਾਰ ਵਿੱਚ ਬੁਢਾਪੇ ਦੇ। ਆਓ ਸਾਰੇ ਰਲ ਮਿਲ ਮਤਾ ਪਕਾਏ, आओ सारे रल मिल मता पकाए, मिलकर भजन प्रभु दे गाए, प्रभु करूगा भाव सागर चो पार बिच बुढ़ापे दे, की करिए करतार बिच बुढ़ापे दे, हुण कोई न लैंदा सार बिच बुढ़ापे दे जी। जय गुरुदेव जी, जय गुरुदेव जी। ये तो जी अपनी कविता पढ़ के गए आ ते नाल आपां फिर दसते जाइए 30 अक्तूबर ਨੂੰ ਡੀਨਾ ਡਾਂਸ ਡਡਲੀ ਰੋਡ ਗੁਰਦੁਆਰੇ ਦੇ ਸਾਹਮਣੇ ਕਮਿਊਨਿਟੀ ਸੈਂਟਰ ਹੈ, ਉੱਥੇ ਬਹੁਤ ਹੀ ਵੱਡਾ ਪ੍ਰੋਗਰਾਮ ਰੱਖਿਆ ਹੈ। ਤੁਹਾਨੂੰ ਪਤਾ ਹੀ ਹੈ ਕਿ ਤੁਸੀਂ ਆ ਕੇ ਰੌਣਕਾਂ ਵਧਾਉਣੀਆਂ ਹਨ ਤੇ ਤੁਹਾਡੇ ਰੌਣਕ ਦੇ ਨਾਲ ਹੀ ਕਾਂਚੀ ਟੀਵੀ ਨੂੰ ਸਪੋਰਟ ਵੀ ਹੋਣੀ ਆ ਤੇ ਤੁਸੀਂ ਸਾਰਿਆਂ ਨੇ ਹੋਮ ਆ ਕੇ ਆਉਣਾ। ਟਿਕਟ ਪ੍ਰੈਜੈਂਟਰਾਂ ਕੋਲੋਂ ਵੀ ਲੈ ਸਕਦੇ ਹੋ ਤੇ ਟਿਕਟ ਡੋਰ ਮੋਰੇ ਵੀ ਮਿਲ ਸਕਦੇ ਹਨ। ਤੁਸੀਂ ਸਾਰਿਆਂ ਨੇ ਆ ਕੇ ਇਹ ਡੀਨਾ ਡਾਂਸ ਦੇ ਵਿੱਚ ਰੌਣਕ ਵਧਾਉਣੀ ਜੀ। ਹਾਂਜੀ ਹੈਲੋ ਜੀ। ਹੈਲੋ ਜੀ ਅਰਮਿੰਦਰ ਜੀ, ਜੈ ਗੁਰਦੇਵ। ਜੈ ਗੁਰਦੇਵ ਜੀ, ਜੈ ਗੁਰਦੇਵ। ਸਿਮਰਜੀਤ ਕੌਰ ਚਾਲ ਬੋਲਦੀ ਆ। ਹਾਂਜੀ ਜੀ ਆਇਆਂ ਨੂੰ ਭੈਣ ਜੀ। ਹਾਂਜੀ, ਜੋ ਸਰੋਤੇ ਇਸ ਵੇਲੇ ਪ੍ਰੋਗਰਾਮ ਦੇ ਨਾਲ ਜੁੜੇ ਸਾਰਿਆਂ ਨੂੰ ਜੈ ਗੁਰਦੇਵ। ਹਾਂਜੀ ਪਹੁੰਚ ਗਈ ਆ ਜੀ। ਹਾਂਜੀ, ਤੁਸੀਂ ਟੌਪਿਕ ਰੱਖਿਆ ਠੰਡ ਦੇ ਉੱਤੇ। ਹਾਂਜੀ ਸਰਦੀ ਦੇ ਉੱਤੇ ਰੱਖਿਆ ਜੀ ਜੀ। ਇਹ ਤਾਂ ਸਰਦੀ ਦਾ ਮੌਸਮ 2-3 ਮਹੀਨੇ ਸਰਦੀ ਰਹਿਣੀ ਆ। ਹਾਂਜੀ ਫਰਵਰੀ ਤੱਕ ਹੀ, ਤੇ ਇਹ ਬੜੇ ਔਖੇ ਲੰਘਣੇ ਆ ਜੀ। ਇਹਦਾ ਹਾਂਜੀ, ਠੰਡ ਦਾ ਮੌਸਮ ਬਹੁਤ ਔਖਾ, ਜਦੋਂ ਸਨੋਹਾਂ ਪੈਂਦੀਆਂ, ਬਰਫਾਂ ਪੈਂਦੀਆਂ। ਹਾਂਜੀ, ਇਹਦਾ ਕਿੱਦਾਂ ਬਚਾਅ ਹੋਣਾ ਚਾਹੀਦਾ ਹੈ? ਇਹਦਾ ਬਚਾਅ ਪਿਆਰਿਓ ਏਦਾਂ ਹੋਣਾ ਆ, ਗਰਮ ਕੱਪੜੇ ਪਾਵੋ ਜੀ, ਗਰਮ ਕੱਪੜੇ ਪਾਵੋ। ਫਿਰ ਜਿੱਦਾਂ ਸੱਤਿਆ ਭੈਣ ਜੀ ਦੱਸ ਕੇ ਗਏ ਆ, ਹਾਂਜੀ ਗਰਮ ਖਾਣਾ ਖਾਵੋ। ਹਾਂਜੀ ਤੇ ਇਹ ਏਦਾਂ ਜਾਨੀ ਆਪਣੇ ਆਪ ਨੂੰ ਸਰੀਰ ਗਰਮ ਰੱਖੋ ਜੀ, ਤੇ ਏਦਾਂ ਹੋਣਾ ਆ। ਹਾਂਜੀ, ਗਰਮ ਗਰਮ ਚਾਹ ਪੀਂਦੇ, ਦੁੱਧ ਪੀਵੋ ਗਰਮ ਗਰਮ ਜੀ ਚਾਹ ਪੀਵੋ, ਤੇ ਏਦਾਂ ਜਾਨੀ ਕਿ ਇਹਦਾ ਠੰਡ ਲਿਥਣੀ ਆ। ਇਹ ਠੰਡ ਚ ਸੇਕੋ ਅੱਗ ਜਗਾ ਕੇ, ਠੰਡ ਚ ਸੇਕੋ ਅੱਗ ਜਗਾ ਕੇ, ਮੋਟੀਆਂ ਮੋਟੀਆਂ ਲੱਕੜਾਂ ਲਾ ਕੇ ਜੀ। ਸਰੀਰ ਚ ਆਊ ਫੁਰਤੀ ਉਦੋਂ ਜੀ ਜਦੋਂ ਅੱਗ ਨੇ ਠੰਡ ਭਜਾਈ। ਹਾਂਜੀ, ਸਰੀਰ ਚ ਆਊ ਫੁਰਤੀ ਉਦੋਂ ਜਦੋਂ ਅੱਗ ਨੇ ਠੰਡ ਭਜਾਈ। ਇਹ ਸਭ ਅੱਗ ਦੇ ਫਾਇਦੇ ਭਾਈ। ਜਾਨੀ ਇੰਨੀ ਗੱਲ, ਜਦੋਂ ਆਪਾਂ ਹੀਟਰ ਮੋਹਰੇ ਬਹਿਣਾ ਆ, ਹੀਟਰ ਸੇਕਣਾ ਆ ਜੀ, ਉਦੋਂ ਆਪਣੀ ਠੰਡ ਜਾਣੀ ਆ। ਸਹੀ ਗੱਲ ਆ। ਮੋਟੇ ਮੋਟੇ ਕੱਪੜੇ ਪਾ ਕੇ। ਹਾਂਜੀ, ਇੰਨੀ ਗੱਲ ਆ। ਉੱਠਣੇ ਨੂੰ ਚਿੱਤ ਹੀ ਨਹੀਂ ਕਰਨਾ, ਹੀਟਰ ਮੋਹਰੇ ਦੂਸਰੇ ਕਮਰੇ 'ਚ ਹੀ ਨਹੀਂ ਜਾਣੇ ਚਿੱਤ ਕਰਦਾ ਹੁੰਦਾ। ਹਾਂਜੀ, ਉਹ ਠੰਡ ਹੁੰਦੀ ਆ ਉੱਧਰ ਜ਼ਿਆਦਾ। ਹੀਟ ਤਾਂ ਭੈਣ ਜੀ ਫਿਰ ਸਾਰੇ ਘਰ ਦੇ ਵਿੱਚ ਹੀ ਰੱਖਣੀ ਚਾਹੀਦੀ ਆ, ਕਿਉਂਕਿ ਸੈਂਟਰਲ ਹੀਟਾਂ ਭਾਵਾਂ ਲੱਗੀਆਂ ਜੀ। ਫੇਰ ਵੀ ਜਿਹੜੇ ਬੁੜੇ ਆ, ਜਿੱਦਾਂ ਮਦਨ ਨੇ ਗੱਲ ਕੀਤੀ ਆ, ਫੇ ਬੁਢਾਪੇ ਨੂੰ ਬਹੁਤ ਲੱਗਦਾ ਠੰਡ ਜੀ। ਜਿਸ ਇਨਸਾਨ ਦਾ ਬੁੜਾ ਸਰੀਰ ਆ ਜਾਂ ਕਿਸੇ ਦਾ ਕਮਜ਼ੋਰ ਸਰੀਰ ਆ ਜੀ, ਉਹਨੂੰ ਠੰਡ ਬਹੁਤ ਲੱਗਦੀ ਆ। ਉਹ ਕਿਉਂਕਿ ਉਹਦੀ ਜਿਹੜੀ ਬੋਡੀ ਠਰੀ ਰਹਿੰਦੀ ਆ ਜੀ, ਇਹ ਉਹਦੀ ਬੋਡੀ ਦਾ ਟੈਂਪਰੇਚਰ ਹਾਂਜੀ ਏਦਾਂ ਫਰਕ ਹੈਗਾ ਆ। ਉਹਦੇ ਕੋਲ ਤਾਂ ਫਿਰ ਠੰਡ ਦੇ ਵਿੱਚ ਬਾਹਰ ਨਿਕਲਣਾ ਵੀ ਬਹੁਤ ਔਖਾ ਹੋ ਜਾਂਦਾ। ਬਹੁਤ ਔਖਾ ਹੈ ਜੀ, ਬਹੁਤ ਔਖਾ। ਹਾਂਜੀ ਹਾਂਜੀ ਹਾਂਜੀ, ਤੇ ਏਦਾਂ ਆ। ਹਾਂਜੀ, ਮੈਂ ਦੋ ਕੁ ਗੱਲਾਂ ਪੜਾਂ। ਹਾਂਜੀ, ਠੰਡੀ ਪੌਣ ਉਦਾਸ ਜਿਹੀ ਹੋ ਕੇ ਜੀ, ਠੰਡੀ ਪੌਣ ਉਦਾਸ ਜਿਹੀ ਹੋ ਕੇ ਮੇਰੇ ਕੋਲ ਨਾ ਆਇਆ ਕਰ ਤੂੰ। ਮੇਰੇ ਕੋਲ ਨਾ ਆਇਆ ਕਰ ਤੂੰ, ਸਰਦੀ ਰੁੱਤੇ ਚੱਲ ਚੱਲ ਕੇ ਜੀ, ਸਰਦੀ ਰੁੱਤੇ ਚੱਲ ਚੱਲ ਕੇ, ਐਵੇਂ ਕੰਬਣੀ ਜਿਹੀ ਨਾ ਲਾਇਆ ਕਰ ਤੂੰ ਜੀ, ਐਵੇਂ ਕੰਬਣੀ ਜਿਹੀ ਨਾ ਲਾਇਆ ਕਰ ਤੂੰ। ਠੰਡੀਆਂ ਸੀਤ ਹਵਾਵਾਂ ਦੇ ਨਾਲ, ਠੰਡੀਆਂ ਸੀਤ ਹਵਾਵਾਂ ਦੇ ਨਾਲ ਮੈਨੂੰ ਨਾ ਅਜਮਾਇਆ ਕਰ ਤੂੰ, ਮੈਨੂੰ ਨਾ ਅਜਮਾਇਆ ਕਰ ਤੂੰ। ਕਾਲੀ ਘਟਾ ਦੇ ਓਲੇ ਓਲੇ, ਬੇਰੁੱਤਾ ਮੀਂਹ ਨਾ ਬਰਸਾਇਆ ਕਰ ਤੂੰ ਜੀ, ਬੇਰੁੱਤਾ ਮੀਂਹ ਨਾ ਬਰਸਾਇਆ ਕਰ ਤੂੰ।
ਨਾਗਾਂ ਦੀਆਂ ਤੂੰ ਰੀਸਾਂ ਕਰਦੀ, ਨਾਗਾਂ ਦੀਆਂ ਤੂੰ ਰੀਸਾਂ ਕਰਦੀ, ਐਵੇਂ ਨਾ ਸ਼ੂਕਦੀ ਆਇਆ ਕਰ ਤੂੰ, ਐਵੇਂ ਨਾ ਸ਼ੂਕਦੀ ਆਇਆ ਕਰ ਤੂੰ। ਮੇਰੀ ਚੁੰਨੀ ਮੇਰੇ ਹੀ ਉੱਤੋਂ, ਮੇਰੀ ਚੁੰਨੀ ਮੇਰੇ ਉੱਤੋਂ, ਰੋੜ ਪੋੜ ਜਾਣੀਏ ਨਾ ਲਾਇਆ ਕਰ ਤੂੰ। ਹਾਂਜੀ, ਰੋੜ ਪੋੜ ਜਾਣੀਏ ਨਾ ਲਾਇਆ ਕਰ ਤੂੰ। ਪੰਛੀਆਂ ਪਰਿੰਦਿਆਂ ਦੇ ਆਲਣੇ ਜੀ, ਪੰਛੀਆਂ ਪਰਿੰਦਿਆਂ ਦੇ ਆਲਣੇ, ਆਉਂਦੀ ਜਾਂਦੀ ਨਾ ਢਾਇਆ ਕਰ ਤੂੰ ਜੀ, ਆਉਂਦੀ ਜਾਂਦੀ ਨਾ ਢਾਇਆ ਕਰ ਤੂੰ। ਆਇਆ ਕਰ ਤੂੰ ਸਾਡੇ ਰੌਣਕ ਦੀ, ਆਇਆ ਕਰ ਤੂੰ ਸਾਡੇ ਰੌਣਕ ਦੀ, ਐਵੇਂ ਨਾ ਸ਼ੋਰ ਮਚਾਇਆ ਕਰ ਤੂੰ ਜੀ, ਐਵੇਂ ਨਾ ਸ਼ੋਰ ਮਚਾਇਆ ਕਰ ਤੂੰ। ਕੋਇਲ ਵਾਂਗੂ ਕੋਈ ਗੀਤ ਸੁਰੀਲਾ, ਅੰਬੀ ਤੇ ਬਹਿ ਕੇ ਗਾਇਆ ਕਰ ਤੂੰ, ਅੰਬੀ ਤੇ ਬਹਿ ਕੇ ਗਾਇਆ ਕਰ ਤੂੰ ਜੀ। ਸਾਵਣ ਦੀ ਰੁੱਤੇ ਮੋਰਾਂ ਦੀਆਂ ਪਹਿਲਾਂ, ਹਾਂਜੀ, ਪਾ ਪਾ ਕੇ ਮੈਨੂੰ ਦਿਖਲਾਇਆ ਕਰ ਤੂੰ। ਬਹਾਰਾਂ ਨਾਲ ਭਰ ਭਰ ਕੇ ਬੁੱਲੇ, ਬਹਾਰਾਂ ਨਾਲ ਭਰ ਭਰ ਕੇ ਬੁੱਲੇ, ਨਿੱਘੀਏ ਰੁੱਤੇ ਲਿਆਇਆ ਕਰ ਤੂੰ, ਨਿੱਘੀਏ ਰੁੱਤੇ ਲਿਆਇਆ ਕਰ ਤੂੰ। ਠੰਡੀ ਪੌਣ ਉਦਾਸ ਜਿਹੀ ਹੋ ਕੇ ਮੇਰੇ ਕੋਲ ਨਾ ਆਇਆ ਕਰ ਤੂੰ। ਸਰਦੀ ਰੁੱਤੇ ਚੱਲ ਚੱਲ ਕੇ ਐਵੇਂ ਕੰਬਣੀ ਜਿਹੀ ਨਾ ਲਾਇਆ ਕਰ, ਐਵੇਂ ਕੰਬਣੀ ਜਿਹੀ ਨਾ ਲਾਇਆ ਕਰ। ਇਹ ਸੀਗੀ ਸਰਦੀ ਰੁੱਤ ਦੀ ਹਾਂਜੀ ਗੱਲ, ਤੇ ਕੰਬਣੀ ਸਾਨੂੰ ਬਹੁਤ ਲੱਗਦੀ ਆ ਠੰਡ ਦੇ ਵਿੱਚ। ਸਹੀ ਗੱਲ ਆ। ਹਾਂਜੀ ਹਾਂ, ਥੈਂਕ ਯੂ। ਤੇ ਹੋਰ ਵੀ ਅਸੀਂ ਸਰੋਤਿਆਂ ਨੂੰ, ਭੈਣ ਭਰਾਵਾਂ ਨੂੰ ਸੁਣਦੇ ਆ। ਥੈਂਕ ਯੂ ਜੀ, ਥੈਂਕ ਯੂ ਕਹਿੰਦੇ ਆ। ਥੈਂਕ ਜੈ ਯੂ, ਗੁਰਦੇਵ ਜੀ, ਧੰਨ ਗੁਰਦੇਵ ਜੀ, ਧੰਨ ਗੁਰਦੇਵ। ਇਹ ਤਾਂ ਬਰਮਿੰਘਮ ਤੋਂ ਸਿਮਰਨਜੀਤ ਚਾਲ ਭੈਣ ਜੀ, ਇਹਨਾਂ ਨੇ ਆਪਣੀ ਕਵਿਤਾ ਵੀ ਪੜ੍ਹੀ ਤਾਂ ਇਹਨਾਂ ਨੇ ਆਪਣੇ ਵਿਚਾਰ ਵੀ ਦਿੱਤੇ ਵੀ ਠੰਡ ਤੋਂ ਕਿਸ ਤਰ੍ਹਾਂ ਬਚਣਾ ਚਾਹੀਦਾ ਆ। ਮੈਂ ਵੀ ਛੋਟੀ ਜਿਹੀਆਂ 2 ਲਾਈਨਾਂ ਕਵਿਤਾ ਬੋਲ ਦਿੰਦੀ ਆ ਸਰਦੀ 'ਤੇ। ਸਰਦੀ ਦੀ ਰੁੱਤ ਆਈ ਜੀ ਲੋਕੋ, ਸਰਦੀ ਦੀ ਰੁੱਤ ਆਈ, ਗਰਮ ਸਵੈਟਰ ਅਤੇ ਕੋਟੀਆਂ ਕੱਢ ਲਓ, ਗਰਮ ਰਜਾਈ, ਗਰਮ ਕੋਟੀਆਂ ਕੱਢ ਲਓ, ਗਰਮ ਰਜਾਈ। ਸਰਦੀ ਦੀ ਰੁੱਤ ਆਈ ਜੀ ਲੋਕੋ, ਸਰਦੀ ਦੀ ਰੁੱਤ ਆਈ। ਹੁਣ ਨਾ ਚੱਲਣ ਘਰਾਂ 'ਚ ਕੂਲਰ ਪੱਖੇ, ਹੁਣ ਨਾ ਚੱਲਣ ਘਰਾਂ 'ਚ ਕੂਲਰ ਪੱਖੇ, ਰਹਿਣ ਹੁਣ ਲੱਗੇ ਘਰਾਂ 'ਚ ਸਾਰਾ ਦਿਨ ਗਰਮ ਹੀਟਰ। ਸਰਦੀ ਦੀ ਰੁੱਤ ਆਈ ਜੀ ਲੋਕੋ, ਸਰਦੀ ਦੀ ਰੁੱਤ ਆਈ। ਬਹੁਤਾ ਚਿਰ ਹੁਣ ਬਾਹਰ ਨਾ ਜਾਇਓ, ਘਰ ਵਿੱਚ ਬੈਠ ਕੇ ਕਾਂਛੀ ਟੀਵੀ ਨਾਲ ਮਨ ਪਰਚਾਇਓ। ਬਹੁਤਾ ਚਿਰ ਹੁਣ ਬਾਹਰ ਨਾ ਜਾਇਓ, ਘਰ ਵਿੱਚ ਬੈਠ ਕੇ ਕਾਂਛੀ ਟੀਵੀ ਨਾਲ ਮਨ ਪਰਚਾਇਓ। ਸਰਦੀ ਦੀ ਰੁੱਤ ਆਈ ਜੀ ਲੋਕੋ, ਸਰਦੀ ਦੀ ਰੁੱਤ ਆਈ। ਹਾਂਜੀ, ਹੈਲੋ ਜੀ। ਹੈਲੋ ਜੀ, ਜੈ ਗੁਰਦੇਵ ਜੀ। ਧੰਨ ਗੁਰਦੇਵ ਜੀ, ਧੰਨ ਗੁਰਦੇਵ ਜੀ। ਕੌਣ ਬੋਲਦੇ ਆ ਜੀ? ਹਾਂਜੀ, ਗਿਆਨੀ ਗੁਰਮੁਖ ਸਿੰਘ। ਹਾਂ ਜੀ, ਆਇਆਂ ਨੂੰ ਗਿਆਨੀ ਜੀ, ਜੀ ਆਇਆਂ ਨੂੰ। ਜੈ ਗੁਰਦੇਵ। ਜੈ ਗੁਰਦੇਵ ਜੀ। ਕਿੱਦਾਂ ਸੁਣਾਓ ਭੈਣ ਜੀ? ਬਹੁਤ ਵਧੀਆ ਪ੍ਰੋਗਰਾਮ ਤੁਹਾਡਾ ਮੈਂ ਦੇਖਿਆ ਜੀ। ਤੁਹਾਡਾ ਵੀ ਸਵੇਰੇ ਅਸੀਂ ਸੁਣਿਆ ਸੀਗਾ, ਬਹੁਤ ਹੀ ਸੁੰਦਰ ਤੁਸੀਂ ਸ਼ਬਦ ਦੀ ਵਿਆਖਿਆ ਕੀਤੀ ਆ ਤੇ ਬਹੁਤ ਹੀ ਚੰਗਾ ਲੱਗਾ। ਸੰਗਤਾਂ ਨੂੰ, ਆਪਣੀਆਂ ਸੰਗਤਾਂ ਨੂੰ ਜਦੋਂ ਸਵੇਰੇ ਉੱਠਦਿਆਂ ਨੂੰ ਪਾਠ ਜਾਂ ਮਤਲਬ ਸ਼ਬਦ ਦੀ ਵਿਆਖਿਆ ਮਿਲਦੀ ਆ ਤਾਂ ਜਿਹੜੇ ਸੁੰਦਰ ਵਿਚਾਰ ਆ, ਮੇਰੇ ਵਰਗੀ ਨੂੰ ਕਈਆਂ ਨੂੰ ਨਹੀਂ ਵੀ ਪਤਾ ਤਾਂ ਉਹਨੂੰ ਵੀ ਪਤਾ ਲੱਗਦਾ ਆ, ਸੋਝੀ ਆਉਂਦੀ ਆ। ਥੈਂਕ ਯੂ ਜੀ ਤੁਹਾਡਾ। ਵਾਹਿਗੁਰੂ। ਹਾਂਜੀ, ਬਸ ਜੀ ਥੋੜਾ ਜਿਹਾ ਇਹ ਤੁਹਾਡਾ ਮੈਂ ਹੁਣ ਸੁਣਿਆ, ਤੁਸੀਂ ਆ ਸਰਦੀ ਦੀ ਰੁੱਤ ਦੀ ਕਵਿਤਾ ਬਹੁਤ ਵਧੀਆ ਸ਼ੁਰੂ ਕੀਤੀ। ਮੈਂ ਸੌਰੀ ਵਿੱਚੇ ਤੁਹਾਡਾ ਮੈਂ ਕਾਲ ਕਰ ਦਿੱਤੀ। ਨਹੀਂ ਕੋਈ ਜੀ, ਸਾਨੂੰ ਤੁਹਾਡੀਆਂ ਲੋੜਾਂ ਹੁੰਦੀਆਂ ਤਾਂ ਤੁਸੀਂ ਆਪਣੇ ਵਿਚਾਰ ਦੱਸੋ। ਹਾਂਜੀ। ਤੇ ਸਾਡੇ ਸਿਮਰਜੀਤ ਭੈਣ ਜੀ, ਉਹਨਾਂ ਤੇ ਕਿਤੇ ਕਮਾਲ ਹੀ ਕਰ ਦਿੱਤੀ। ਮੈਂ ਤਾਂ ਹੈਰਾਨ ਰਹਿ ਗਿਆ, ਪਤਾ ਨਹੀਂ ਕਿੱਥੋਂ ਪੜ੍ਹਦੇ ਆ, ਕਿੱਥੋਂ ਸਿੱਖ ਲੈਂਦੇ ਇੰਨੀਆਂ ਚੀਜ਼ਾਂ। ਦੇਖੋ ਜੀ, ਇਹ ਸਭ ਕੁਝ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ, ਫਿਰ ਕੰਪਿਊਟਰ ਵਿੱਚੋਂ ਕੱਢ ਹੋ ਜਾਂਦਾ ਆ, ਉਂਗਲੀ ਮਾਰਨੀ ਪੈਂਦੀ ਆ। ਜੀ ਤੁਹਾਨੂੰ ਮੈਂ ਤਾਂ ਹੈਰਾਨ ਆ ਵੀ ਦੇਖੋ ਤੁਸੀਂ ਕਿੰਨੀਆਂ ਸੋਹਣੀਆਂ ਚੀਜ਼ਾਂ ਉਹ ਬੋਲ ਗਏ ਆ ਜੀ। ਇਹ ਮਤਲਬ ਇਹ ਸਾਰੇ ਤਾਂ ਬੋਲ ਨਹੀਂ ਸਕਦੇ ਇਦਾਂ ਜੀ। ਫਿਰ ਉਹ ਦੇਖੋ ਜੀ, ਇਹੀ ਬੜੀ ਹੈਰਾਨੀ। ਮੈਂ ਤਾਂ ਬਿਸਮਾਦ ਵਿੱਚ ਚਲੇ ਗਿਆ। ਇਹ ਪੜ੍ਹਾਈ ਦਾ ਇਹੋ ਹੀ ਤਾਂ ਫਾਇਦਾ ਆ। ਨਹੀਂ, ਮੈਂ ਕਹਿੰਦਾ ਹੋਰ ਵੀ ਤਾਂ ਲੋਕ ਹੈਗੇ, ਉਹਨਾਂ ਨੂੰ ਕਾਸੇ ਨਹੀਂ ਲੱਭਦੀਆਂ ਇਹ। ਆਹੋ, ਤੁਸੀਂ ਕਹਿੰਦੇ ਜੀ ਹੁਣ ਤਾਂ ਜਿੱਥੋਂ ਮਰਜ਼ੀ ਦੇਖ ਲਓ ਤੇ ਹੋਰ ਵੀ ਤਾਂ ਹੈਗੇ ਹੀ ਆ ਜੀ।
ਉਹ ਇੱਥੇ ਕੀ ਰਹਿੰਦੇ ਆ, ਬਹੁਤੇ ਲੋਕ ਦੇਖਦੇ ਆ ਜਿੱਦਾਂ ਕਹਿੰਦੇ ਹੁੰਦੇ ਹਨਾ। ਮੇਰਾ ਮਤਲਬ ਕਹਿਣ ਦਾ, ਦੇਖੋ ਤੁਸੀਂ ਇੱਕ ਸਰਦੀ ਦੀ ਰੁੱਤ ਲੱਗੇ ਸੇ ਕਹਿਣ, ਉਹ ਵੀ ਲਫ਼ਜ਼ ਬੜੇ ਪਿਆਰੇ ਪਈ, ਮੈਂ ਸੌਰੀ ਵਿੱਚੇ ਕਾਲ ਕਰ ਦਿੱਤੀ। ਕੋਈ ਨਹੀਂ। ਦੇਖੋ ਸਤਿਗੁਰ ਦੀ ਤੁਹਾਡੇ ਤੇ ਬੜੀ ਕਿਰਪਾ ਹੈ ਜੀ, ਮੈਂ ਪ੍ਰੋਗਰਾਮ ਦੇਖ ਕੇ ਹੈਰਾਨ ਹੋਈ ਜਾਂਦਾ। ਮੈਂ ਵੀ ਸਰਦੀ ਦੀ ਰੁੱਤ ਵਿੱਚ ਘੇਰ ਹੋ ਗਿਆ, ਥੋੜਾ ਜਿਹਾ 2 ਵੀਕਾਂ ਹੋ ਗਈਆਂ ਮੈਨੂੰ ਵੀ। ਇਸੇ ਤਰ੍ਹਾਂ ਸਾਰੇ ਥੋੜਾ ਗਲੇ ਨੂੰ ਖਰਖਰੀ ਜਿਹੀ ਆਉਂਦੀ ਰਹਿੰਦੀ ਆ। ਹਾਂਜੀ, ਤੁਸੀਂ ਵੀ ਕੋਲ ਬੋਟਲ ਰੱਖਿਆ ਪਾਣੀ, ਮੈਂ ਕਿਹਾ ਥੋੜਾ ਤੁਹਾਨੂੰ ਵੀ ਸਰਦੀ ਦਾ ਹੈਗਾ ਥੋੜੀ ਸ਼ਿਕਾਇਤ ਹੈਗੀ ਆ। ਹਾਂਜੀ ਹਾਂਜੀ, ਮੈਨੂੰ 2 ਵੀਕਾਂ ਹੋ ਗਈਆਂ, ਬਸ ਪਰੇਸ਼ਾਨ ਜਿਹਾ, ਕਿਉਂਕਿ ਸਾਡੀ ਜੌਬ ਹੀ ਸਾਰੀ ਬੋਲਣ ਦੀ ਹੁੰਦੀ ਆ। ਉਹੀ ਤਾਂ ਗੱਲ ਆ ਜੀ, ਡਾਕਟਰਾਂ ਦੇ ਵੀ ਅੱਜ ਕੱਲ ਟਾਈਮ ਨਹੀਂ ਮਿਲਦੇ, ਤਾਂ ਉਹ ਕੁਛ ਕਰਦੇ ਵੀ ਨਹੀਂ। ਹਾਂਜੀ, ਤੇ ਮੈਨੂੰ ਪਹਿਲਾਂ ਟੈਂਪਲ ਵਿੱਚ ਕਥਾ ਕਰਨ ਜਾਣਾ ਪੈਂਦਾ, ਫਿਰ ਉੱਥੇ ਵੀ ਸਮਾਂ ਕੇ ਤੇ ਫਿਰ ਇੱਥੇ ਆਉਣਾ ਪੈਂਦਾ। ਅੱਛੀ ਟੀਵੀ ਦੇ ਉੱਤੇ ਸਤਿਗੁਰਾਂ ਨੇ ਜਿੱਦਾਂ ਕਿਰਪਾ ਕੀਤੀ ਹੈ। ਹਾਂਜੀ, ਤੁਸੀਂ ਬਹੁਤ ਵੱਡੀ ਸੇਵਾ ਕਰਦੇ। ਥੋੜਾ ਜਿਹਾ ਪਰੇਸ਼ਾਨ ਜਿਹਾ ਬਸ ਸਰਦੀ ਜੇ ਕਰਕੇ, ਹੋਰ ਤਰ੍ਹਾਂ ਹਨਾ। ਚਲੋ ਮਹਾਰਾਜ ਜੀ ਕਿਰਪਾ ਕਰਨ, ਤੁਹਾਡਾ ਪ੍ਰੋਗਰਾਮ ਮੈਂ ਦੇਖ ਕੇ, ਮੈਂ ਤਾਂ ਤੁਹਾਡੇ ਦਰਸ਼ਨ ਕਰਕੇ ਮੈਨੂੰ ਬੜੀ ਖੁਸ਼ੀ ਹੋਈ ਆ। ਥੈਂਕ ਯੂ ਜੀ। ਤੇ ਸਵੇਰੇ ਵੀ ਤੁਹਾਡੀ ਕਾਲ ਆਈ ਸੀ, ਹੋਰ ਵੀ ਬਹੁਤ ਗੁਪਤ ਕਾਲਾਂ ਆਉਂਦੀਆਂ ਸੀਗੀਆਂ, ਆਪਣੇ ਦੱਸਿਆ ਸੀ ਜੀ ਰਾਜ ਰੰਧਾਵਾ ਜੀ ਹੁਣੀ ਕਿ ਸੰਗਤ ਜਿਹੜੀ ਉਹ ਸੁਣਦੀ ਹੈ ਤੁਹਾਨੂੰ। ਦੇਖੋ ਗਿਆਨੀ ਜੀ, ਜਿਹੜੀ ਤੁਸੀਂ ਅੰਮ੍ਰਿਤ ਵੇਲੇ ਆ ਕੇ ਆਪਣਾ ਕੀਮਤੀ ਟਾਈਮ ਕੱਢ ਕੇ ਕਾਂਛੀ ਟੀਵੀ ਤੇ ਕਥਾ ਕਰਦੇ ਆ, ਬਹੁਤ ਲੋਕੀ ਸੁਣਦੇ ਆ। ਇੱਦਾਂ ਨਹੀਂ ਹੈਗੀ, ਉਹ ਟਿਕ ਕੇ ਤੁਹਾਡਾ ਪ੍ਰੋਗਰਾਮ ਸੁਣਦੇ ਆ, ਬਹੁਤ ਸੋਝੀ ਆਉਂਦੀ ਆ, ਕਿਉਂਕਿ ਆਪਣੀਆਂ ਭੈਣਾਂ ਨੂੰ ਤਾਂ ਖਾਸ ਕਰਕੇ ਬਹੁਤ ਫਾਇਦਾ ਹੁੰਦਾ ਆ। ਵਾਹਿਗੁਰੂ ਵਾਹਿਗੁਰੂ। ਠੀਕ ਹੈ। ਜਿਹੜੇ ਆਪਾਂ ਕਈ ਵਾਰੀ ਸ਼ਬਦ ਦੇ ਸਪੈਲਿੰਗ ਜਿਹੜੇ ਹੁੰਦੇ ਆ, ਉਹ ਆਪਾਂ ਤੋਂ ਸਹੀ ਨਹੀਂ ਨਿਕਲਦੇ, ਤਾਂ ਉੱਥੋਂ ਜਦੋਂ ਤੁਸੀਂ ਵਿਆਖਿਆ ਕਰਕੇ ਸ਼ਬਦ ਪੜ੍ਹ ਕੇ ਵਿਆਖਿਆ ਕਰਦੇ ਆ, ਉਹਦੇ ਵਿੱਚ ਬਹੁਤ ਸੋਝੀ ਆਉਂਦੀ ਆ। ਨਹੀਂ ਭੈਣ ਜੀ, ਤੁਸੀਂ ਤਾਂ, ਤੁਹਾਡੇ ਤੇ ਬਹੁਤ ਕਿਰਪਾ ਆ। ਮੈਂ ਤੁਹਾਡੇ ਲਫ਼ਜ਼ਾਂ ਨੂੰ ਮੈਂ ਵੀ ਦੇਖਿਆ, ਸਾਡੇ ਸਿਮਰਜੀਤ ਭੈਣ ਜੀ ਹੁਣੀ, ਉਹਨਾਂ ਨੇ ਵੀ ਕਿੱਦਾਂ ਲਫ਼ਜ਼ ਨੂੰ ਮਤਲਬ ਕਹਿਣ ਦਾ ਨਾ ਇੰਨੇ ਤਰੀਕੇ ਨਾਲ ਬੋਲਦੇ ਆ, ਸਾਡੇ ਸੁਣਨ ਵਾਲਿਆਂ ਨੂੰ ਸਮਝ ਆਉਂਦੀ ਤੇ ਆਨੰਦ ਵੀ ਬਹੁਤ ਆਉਂਦਾ। ਕਈ ਤਾਂ ਐਵੇਂ ਕਾਚਾ ਮਾਚਾ ਜਿਹਾ ਕਰਕੇ ਤਾਂ ਬਸ ਜੀ ਉਹ ਟਾਈਮ ਪੂਰਾ ਕਰਨਾ ਹੁੰਦਾ ਆ, ਤੇ ਉਹ ਕੋ ਆਨੰਦ ਨਹੀਂ ਆਉਂਦਾ ਇੰਨਾ। ਹਾਂਜੀ, ਤੇ ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ ਰੱਖੇ। ਤੁਹਾਡਾ ਪ੍ਰੋਗਰਾਮ ਜਿਹੜਾ ਆ, ਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ ਵਿੱਚ ਇਹੀ ਬੇਨਤੀ ਆ, ਕਿਉਂਕਿ ਅਸੀਂ ਇੱਕ ਦੂਜੇ ਨੂੰ ਹੱਲਾਸ਼ੇਰੀ ਦਿੰਦੇ ਆ ਕਿ ਇਸ ਪਲੇਟਫਾਰਮ ਤੇ ਸਹੀ ਤਰੀਕੇ ਨਾਲ ਆਈ ਜਾਓ। ਹਾਂਜੀ, ਦੇਖੋ ਜੀ, ਤੁਸੀਂ ਤਾਂ ਸਾਨੂੰ ਮਹਾਰਾਜ ਜੀ ਨੇ ਕਲਮਾਂ ਫੜਾ ਦਿੱਤੀਆਂ, ਸਾਨੂੰ ਮਹਾਰਾਜ ਨੇ ਚਿਹਰਾਂ ਦੇ ਦਿੱਤੀਆਂ, ਇਹਦਾ ਫਾਇਦਾ ਲਈਏ। ਸਮਾਂ ਆ ਗਿਆ, ਮਹਾਰਾਜ ਨੀਚੇ ਉੱਚ ਕਰੇ ਮੇਰਾ ਗੋਬਿੰਦ, ਤਾਹੂ ਤੇ ਨਾ ਡਰੇ। ਸਹੀ ਗੱਲ ਆ। ਦੇਖੋ ਜੀ ਗਿਆਨੀ ਜੀ, ਤੁਹਾਡੇ ਕੋਲੋਂ ਵੀ ਸਵੇਰ ਨੂੰ ਜਿਹੜੀ ਵਿਚਾਰ ਸੁਣਦੇ ਆ, ਸਤਿਗੁਰ ਦੀ ਬਾਣੀ ਸੁਣਦੇ ਆ, ਕਥਾ ਸੁਣਦੇ ਆ, ਉਹਦੇ ਵਿੱਚ ਵੀ ਬਹੁਤ ਦੁਨੀਆ ਨੂੰ ਫਾਇਦਾ ਹੁੰਦਾ ਆ। ਜੀ ਬਿਲਕੁਲ ਜੀ, ਬਿਲਕੁਲ। ਹਾਂਜੀ, ਸੋ ਏਦਾਂ ਹੋਣਾ ਵੀ ਚਾਹੀਦਾ ਜੀ। ਦੇਖੋ ਗੁਰਬਾਣੀ ਦੀ ਗੱਲ ਤਾਂ ਜਿਹੜੀ ਤੁਹਾਨੂੰ ਪਤਾ ਹੈਗੀ, ਉਹ ਤਾਂ ਜੀ ਬਹੁਤ ਹੀ ਉੱਚੀ ਗੱਲ ਹੁੰਦੀ ਆ ਜੀ। ਤੇ ਗੁਰਬਾਣੀ ਇੱਕ ਐਸੀ ਚੀਜ਼ ਹੈਗੀ ਆ, ਨਾਲੇ ਗੁਰੂ ਮਹਾਰਾਜ ਦਾ ਜਸ ਵਾ ਜੀ, ਉਹ ਖੁਸ਼ ਹੁੰਦੇ ਆ ਕਿ ਮੇਰੇ ਬੱਚੇ ਮੇਰਾ ਜਸ ਕਰਦੇ ਆ। ਸਹੀ ਗੱਲ ਆ। ਹਾਂਜੀ ਹਾਂਜੀ, ਸਾਡੇ ਰਹਿਬਰ ਜਿਹੜੇ ਹੋਏ ਆ ਗੁਰੂ ਰਵਿਦਾਸ ਮਹਾਰਾਜ ਜੀ, ਉਹ ਕਿੰਨਾ ਆਨੰਦ ਉਹਨਾਂ ਨੂੰ ਆਉਂਦਾ ਹੋਊਗਾ। ਜੇ ਸੰਗਤ ਨੂੰ ਆਨੰਦ ਆਉਂਦਾ, ਉਹਨਾਂ ਨੂੰ ਕਿੰਨਾ ਖੁਸ਼ੀ ਮਿਲਦੀ ਹੋਊਗੀ ਕਿ ਮੇਰਾ ਪਰਿਵਾਰ, ਮੇਰੀ ਫੈਮਿਲੀ, ਮੇਰਾ ਬਲੱਡ ਤੇ ਮੇਰੀ ਗੱਲ ਕਰਦੇ ਆ, ਉਹਨਾਂ ਨੂੰ ਖੁਸ਼ੀ ਹੁੰਦੀ ਆ। ਦੇਖੋ ਜੀ, ਉਹ ਹਿੰਮਤ ਦਿੰਦੇ ਆ, ਉਹ ਗੁਰੂ ਮਹਾਰਾਜ ਜੀ ਹੋਰ ਸੋਝੀ ਦਿੰਦੇ ਆ, ਹੋਰ ਤਰੱਕੀ ਬਖਸ਼ਦੇ ਆ, ਹੋਰ। ਬਿਲਕੁਲ ਜੀ। ਤੇ ਇਸ ਕਰਕੇ ਕਿ ਮੇਰੇ ਬੱਚੇ ਉਹ ਇਦੋਂ ਵੀ ਜ਼ਿਆਦਾ ਕਾਮਯਾਬ ਹੋਣ, ਜਿੰਨਾ ਮਰਜ਼ੀ। ਤੁਹਾਡੇ ਸਾਰੇ ਜਿੰਨੇ ਵੀ ਪ੍ਰੈਜ਼ੈਂਟਰ ਹੈਗੇ ਆ, ਜਿੰਨੀਆਂ ਵੀ ਸਾਡੇ ਭੈਣਾਂ ਮਾਈਆਂ ਜਿਹੜੀਆਂ ਬੋਲ ਕੇ ਗਈਆਂ ਜਾਂ ਬੋਲਣਾ ਜਿਨ੍ਹਾਂ ਨੇ, ਮਾਈਆਂ ਨੇ, ਭੈਣਾਂ ਨੇ, ਬੀਬੀਆਂ ਨੇ, ਉਹਨਾਂ ਸਾਰਿਆਂ ਲਈ ਅਰਦਾਸ ਕਰਦੇ ਆ ਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਕਿ ਸਤਿਗੁਰੂ ਮਹਾਰਾਜ ਜੀ ਇਹ ਕੰਛੀ ਟੀਵੀ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖਣ। ਇੱਥੇ ਦੇ ਜਿਹੜੇ ਸਰੋਤੇ ਜਨ ਉਹਨਾਂ ਨੂੰ ਵੀ, ਤੇ ਤੁਹਾਨੂੰ ਵੀ ਭੈਣ ਜੀ, ਤੁਹਾਡੇ ਲਈ ਵੀ ਅਰਦਾਸ ਕਰਦੇ ਆ, ਤੁਹਾਨੂੰ ਵੀ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖੇ। ਸਤਿਗੁਰੂ ਜੀ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ। ਥੈਂਕ ਯੂ। ਲਿਆਓ ਰਸਨਾ ਤੇ ਜੈ ਗੁਰਦੇਵ। ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਜੈ ਗੁਰਦੇਵ ਜੀ। ਤੇ ਇਹ ਗੁਰਮੁਖ ਗਿਆਨੀ ਜੀ, ਤੁਹਾਨੂੰ ਪਤਾ ਹੀ ਹੈ ਕਿ ਰੋਜ਼ ਕਾਂਛੀ ਟੀਵੀ ਤੇ ਆਪਣੀ ਕਥਾ ਕਰਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰਦੇ ਹਨ। ਇਹਨਾਂ ਕੋ ਬਹੁਤ ਪਰਮਾਤਮਾ ਨੇ ਭੰਡਾਰ ਦਿੱਤਾ ਆ,
ਬਚਪਨ ਸਾਰਾ ਇਹਨਾਂ ਨੇ ਗੁਰੂ ਘਰਾਂ 'ਚ ਲਾਇਆ ਹੈ ਅਤੇ ਆਮ ਇੱਦਾਂ ਕੋਈ ਨਹੀਂ ਇੰਨਾ ਗਿਆਨ ਪੜ੍ਹ ਸਕਦਾ। ਇਹਨਾਂ ਦਾ ਬਚਪਨ ਜਿਹੜਾ ਸਾਰਾ ਇਹ ਦੱਸਦੇ ਹੁੰਦੇ ਸੀਗੇ ਕਿ ਬਚਪਨ ਜਿਹੜਾ ਆ ਸਾਰਾ ਸਾਡਾ ਗੁਰੂ ਘਰਾਂ 'ਚ ਲੱਗਾ ਹੈ। ਪਰਮਾਤਮਾ ਇਹਨਾਂ ਨੂੰ ਤੰਦਰੁਸਤੀ, ਗੁੱਡ ਲਾਈਫ ਦੇਵੇ, ਪਰਿਵਾਰ ਨੂੰ ਸੱਤਿਆ ਸੰਤੋਖ ਅਤੇ ਘਰ ਦੀਆਂ ਖੁਸ਼ੀਆਂ ਬਖਸ਼ੇ ਜੀ। ਅਤੇ ਹਾਂਜੀ, ਅਤੇ ਮੈਂ 2 ਲਾਈਨਾਂ ਉੱਥੋਂ ਹੀ ਸ਼ੁਰੂ ਕਰਦੀ ਹਾਂ। ਸਰਦੀ ਦੀ ਰੁੱਤ ਆਈ ਜੀ ਲੋਕੋ, ਸਰਦੀ ਦੀ ਰੁੱਤ ਆਈ, ਠੰਡੀਆਂ ਹਵਾਵਾਂ ਹੁਣ ਚੜ੍ਹ ਚੜ੍ਹ ਆਵਣ, ਠੰਡੀਆਂ ਹਵਾਵਾਂ ਹੁਣ ਚੜ੍ਹ ਚੜ੍ਹ ਆਵਣ, ਸਰਦੀ ਨੂੰ ਇਹ ਹੋਰ ਵਧਾਵਣ, ਸਰਦੀ ਨੂੰ ਇਹ ਹੋਰ ਵਧਾਵਣ, ਸਾਗ ਸਰੋਂ ਦਾ ਮੱਕੀ ਦੀ ਰੋਟੀ ਘਰ ਵਿੱਚ ਬੈਠ ਕੇ ਹੀ ਖਾਇਓ। ਸਰਦੀ ਦੀ ਰੁੱਤ ਆਈ ਜੀ ਲੋਕੋ, ਸਰਦੀ ਦੀ ਰੁੱਤ ਆਈ। ਕਿਉਂ ਜੀ? ਠੰਡ ਤੋਂ ਬਚਣਾ ਬਹੁਤ ਜ਼ਰੂਰੀ ਆ, ਗਰਮ ਕੱਪੜੇ ਵੀ ਪਾਉਣੇ ਬਹੁਤ ਜ਼ਰੂਰੀ ਆ, ਅਤੇ ਨਾਲ ਦੀ ਨਾਲ ਜਿੱਦਾਂ ਸੱਤਿਆ ਭੈਣ ਜੀ ਨੇ ਕਿਹਾ ਆ ਵੀ ਚਾਹ, ਗਰਮ ਪਾਣੀ, ਮਤਲਬ ਕੌਫੀ ਵਗੈਰਾ ਇਹ ਗਰਮ ਰਹਿਣ ਲਈ ਪੀਣੀ ਚਾਹੀਦੀ ਆ। ਹਾਂਜੀ, ਹੈਲੋ ਜੀ। ਹੈਲੋ ਜੀ, ਜੈ ਗੁਰਦੇਵ ਭੈਣ ਜੀ। ਧੰਨ ਗੁਰਦੇਵ ਜੀ। ਭੈਣ ਜੀ ਹਾਂਜੀ, ਮੈਂ ਗੁਰਬਖਸ਼ ਬੋਲ ਰਹੀ ਹਾਂ ਜੀ। ਆਇਆਂ ਨੂੰ ਭੈਣ ਜੀ। ਕਿੱਥੋਂ ਬੋਲਦੇ ਆ ਜੀ? ਹਾਂਜੀ, ਮੈਂ ਸੋਲੀਵਾਲ ਤੋਂ ਬੋਲ ਰਹੀ ਹਾਂ ਜੀ। ਜੀ ਆਇਆਂ ਨੂੰ ਭੈਣ ਜੀ। ਅੱਛਾ ਜੀ। ਤੇ ਆਪਣਾ ਜਿਹੜਾ ਤੁਸੀਂ ਪ੍ਰੋਗਰਾਮ ਰੱਖਿਆ ਅੱਜ, ਸ਼ੋਅ ਦਾ ਕੀ ਹੈਗਾ ਆ? ਆਪਣਾ ਟੌਪਿਕ ਕੀ ਹੈਗਾ? ਸਰਦੀ ਤੇ ਰੱਖਿਆ, ਠੰਡ ਤੇ। ਹਾਂਜੀ, ਸਰਦੀ ਤੇ ਮੈਂ ਤੁਹਾਨੂੰ ਦੱਸ ਰਹੀ ਹਾਂ ਨਾ ਜੀ। ਇੱਕ ਤਾਂ ਜਿੱਦਾਂ ਜਿਹੜੇ ਸਿਆਣਿਆਂ ਵਾਸਤੇ ਮੈਂ ਗੱਲ ਸੁਣੀ ਆ ਕਿ ਜਿਹੜੇ ਸਿਆਣੇ ਆ ਨਾ ਉਹਨਾਂ ਨੂੰ ਠੰਡ ਜ਼ਿਆਦਾ ਲੱਗਦੀ, ਬੱਚਿਆਂ ਨੂੰ ਵੀ ਵੈਸੇ ਲੱਗਦੀ ਆ, ਲੱਗ ਜਾਂਦੀ ਆ ਜੀ, ਹੈ ਨਾ। ਤੇ ਬਾਕੀ ਜਿਹੜੇ ਜਵਾਨ ਵੀ ਹੁੰਦੇ ਠੰਡ ਤਾਂ ਉਹਨਾਂ ਨੂੰ ਵੀ ਲੱਗ ਜਾਂਦੀ ਆ, ਤੇ ਪਰ ਜਿਹੜੇ ਸਿਆਣੇ ਆ ਨਾ, ਹਾਂਜੀ, ਉਹਨਾਂ ਲਈ ਮੈਂ ਦੱਸ ਰਹੀ ਤੁਹਾਨੂੰ। ਇੱਕ ਤਾਂ ਉਹਨਾਂ ਨੂੰ ਜਿਹੜੇ ਨਾ ਗਰਮ ਗਰਮ ਡਰਿੰਕ ਪੀਂਦੇ ਰਹਿਣਾ ਚਾਹੀਦਾ ਆ ਜੀ। ਤੇ ਦੂਸਰਾ ਜਿਹੜਾ ਸਵੇਰ ਨੂੰ ਉੱਠ ਕੇ ਨਾ ਜਦੋਂ ਗਰਮ ਪਾਣੀ ਨਾਲ ਨਹਾ ਕੇ ਉਹਨਾਂ ਨੂੰ ਚਾਹ ਗਰਮ ਪੀਣੀ ਚਾਹੀਦੀ ਆ, ਵਿੱਚ ਅਦਰਕ ਵਗੈਰਾ ਪਾ ਕੇ ਜੀ। ਜਿਸ ਤਰ੍ਹਾਂ ਦਾਲਚੀਨੀ ਨਹੀਂ ਹੁੰਦੀ ਹੈਗੀ, ਹਾਂਜੀ, ਏਦਾਂ ਦੇ ਮਸਾਲੇ ਪਾ ਕੇ ਚਾਹ ਬਣਾ ਕੇ ਪੀਣੀ ਚਾਹੀਦੀ ਆ ਜੀ। ਤੇ ਫਿਰ ਜਿਹੜਾ ਜਦੋਂ ਰੋਟੀ ਵੀ ਖਾਂਦੇ ਆ ਨਾ, ਜਿੱਦਾਂ ਆਪਾਂ ਪਾਣੀ ਪੀ ਲੈਂਦੇ ਆ ਨਾਲ ਜੀ, ਉਹ ਪਾਣੀ ਨਹੀਂ ਪੀਣਾ ਚਾਹੀਦਾ। ਪਾਣੀ ਅੱਧਾ ਘੰਟਾ ਬਾਅਦ ਪੀਣ ਜੀ। ਤੇ ਉਹ ਵੀ ਕੋਸਾ ਜਿਹਾ ਜਾਂ ਗਰਮ ਪਾਣੀ। ਹਾਂਜੀ, ਹਾਂਜੀ। ਤੇ ਫਿਰ ਜਦੋਂ ਉਹ ਵਿਹਲੇ ਬੈਠਦੇ ਆ ਘਰ, ਉਹਨਾਂ ਨੂੰ ਵਿਹਲੇ ਨਹੀਂ ਇੰਨਾ ਦੇਰ ਬੈਠਣਾ ਚਾਹੀਦਾ, ਉਹਨੂੰ ਥੋੜੀ ਥੋੜੀ ਐਕਸਰਸਾਈਜ਼ ਵੀ ਚਾਹੀਦੀ ਆ ਜੀ। ਹਾਂਜੀ, ਜਿੱਦਾਂ ਯੋਗਾ ਦੇ ਥੋੜੇ ਜਿਹੇ ਸਟੈਪਸ ਕਰ ਲਿਆ ਕਰਨ। ਜੀ, ਜੀ। ਬਰੀਥਿੰਗ ਐਕਸਰਸਾਈਜ਼ਸ ਹੈਗੀਆਂ, ਕਪਾਲਭਾਤੀ ਆ, ਅਨੁਲੋਮ ਵਿਲੋਮ ਹੈਗਾ ਆ। ਜੀ, ਜੀ। ਇਹ ਐਕਸਰਸਾਈਜ਼ਾਂ ਉਹਨਾਂ ਵਾਸਤੇ ਬਹੁਤ ਚੰਗੀਆਂ ਹੈਗੀਆਂ। ਹਾਂਜੀ। ਤੇ ਥੋੜਾ ਜਿਹਾ ਉਹਨਾਂ ਨੂੰ ਵੋਕ ਵੀ ਕਰਨੀ ਚਾਹੀਦੀ ਹੈ ਖਾਣ ਤੋਂ ਬਾਅਦ, ਜੀ, ਜੇ ਕਰ ਸਕਦੇ ਆ ਨਾ। ਹਾਂਜੀ। ਥੋੜੀ ਜਿਹੀ ਬਾਹਰ ਸੈਰ ਵਾਸਤੇ ਜਾਣਾ ਚਾਹੀਦਾ ਆ, 15-20 ਮਿੰਟ ਹੀ ਭਲਾ ਸਹੀ ਜੀ, ਹੈਨਾ। ਹਾਂਜੀ। ਤਾਂ ਇਹ ਜੇ ਹੋਰ ਕੁਛ ਨਹੀਂ ਹੁੰਦਾ, ਉਹਨਾਂ ਨੂੰ ਹੱਥ ਪੈਰ ਹਿਲਾਉਂਦੇ ਰਹਿਣਾ ਚਾਹੀਦਾ ਬੈਠਿਆਂ ਨੂੰ ਵੀ। ਹਾਂਜੀ, ਹਾਂਜੀ। ਜਿਸ ਤਰ੍ਹਾਂ ਸੋਫੇ ਤੇ ਵੀ ਬੈਠੇ ਆਪਾਂ ਟੀਵੀ ਵੀ ਦੇਖ ਰਹੇ ਆ, ਹਾਂਜੀ, ਇਹ ਕਰਦੇ ਵੀ ਆਪਾਂ ਐਕਸਰਸਾਈਜ਼ਾਂ ਕਰ ਸਕਦੇ ਆ। ਹਾਂਜੀ, ਹਾਂਜੀ। ਤੇ ਬਾਕੀ ਜਿਹੜੀਆਂ ਕਵਿਤਾਵਾਂ ਬੋਲਦੇ ਆ, ਮੈਨੂੰ ਤਾਂ ਕੋਈ ਕਵਿਤਾ ਯਾਦ ਨਹੀਂ ਹੈਗੀ, ਵੈਸੇ ਮੈਂ ਟਰਾਈ ਕਰਿਆ ਕਰੂੰਗੀ ਹੁਣ ਬੋਲਣ ਦੀ। ਤੁਸੀਂ ਬਹੁਤ ਸੁੰਦਰ ਵਿਚਾਰ ਦਿੱਤੇ ਆ, ਜਿਹੜੇ ਤੁਸੀਂ ਵਿਚਾਰ ਦਿੱਤੇ ਆ, ਸੰਗਤਾਂ ਨੂੰ ਇਸ ਗੱਲ ਦਾ ਬਹੁਤ ਫਾਇਦਾ ਹੋਊਗਾ। ਹਾਂਜੀ, ਮੈਂ ਸੋਚਦੀ ਆ ਕਿ ਹੋਊਗਾ, ਇਸੇ ਕਰਕੇ ਮੈਂ ਆਈ ਆ ਜੀ। ਹਾਂਜੀ, ਤੇ ਓਕੇ ਜੀ, ਥੈਂਕ ਯੂ ਜੀ। ਥੈਂਕ ਯੂ ਜੀ। ਹਾਂਜੀ, ਜੈ ਗੁਰਦੇਵ ਜੀ। ਐਵਰੀ ਵੀਕ ਆਇਆ ਕਰੋ ਭੈਣ ਜੀ। ਠੀਕ ਹੈ ਜੀ, ਮੈਂ ਆਇਆ ਕਰੂੰਗੀ। ਥੈਂਕ ਯੂ ਤੁਹਾਡਾ ਬਹੁਤ ਬਹੁਤ। ਤੇ ਹਾਂਜੀ, ਇਹ ਭੈਣ ਜੀ ਨੇ ਇਹ ਫਾਇਦੇ ਦੱਸੇ ਆ ਠੰਡ ਤੋਂ ਬਚਣ ਲਈ, ਤੇ ਜੋ ਵੀ ਦੱਸਿਆ ਇਹਨਾਂ ਨੇ, ਤੁਸੀਂ ਆਪਣੀ ਸਿਹਤ ਦੇ ਮੁਤਾਲਕ ਜੋ ਵੀ ਤੁਹਾਨੂੰ ਇਹ ਪਚਦਾ ਆ, ਜੋ ਵੀ ਤੁਹਾਡੇ ਸਰੀਰ ਨੂੰ ਇਹ ਸੈੱਟ ਬਹਿੰਦਾ ਆ, ਉਸ ਤਰ੍ਹਾਂ ਤੁਸੀਂ ਕਰ ਲੈਣਾ। ਇਹਨਾਂ ਨੇ ਬਹੁਤ ਹੀ ਸੋਹਣੇ ਸੁੰਦਰ ਤਰੀਕੇ ਦੇ ਨਾਲ ਦੱਸ ਕੇ ਗਏ ਹਨ। ਤੇ ਠੰਡ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਕਿ ਜਿਹੜਾ ਜੇ ਚਾਹ ਜਾਂ ਕੌਫੀ ਨਹੀਂ ਜ਼ਿਆਦਾ ਪੀ ਹੁੰਦੀ, ਤੁਸੀਂ ਫਰੈਸ਼ ਜੂਸ ਵੀ ਕੱਢ ਕੇ ਘਰ ਦਾ ਬਣਿਆ ਹੋਇਆ ਉਹ ਬਣਾ ਕੇ ਪੀ ਸਕਦੇ ਹੋ, ਕਿਉਂਕਿ ਉਹ ਵੀ ਬਹੁਤ ਲਾਈਕ ਬੋਡੀ ਨੂੰ ਚੰਗਾ, ਸਰੀਰ ਨੂੰ ਬਹੁਤ ਵਧੀਆ ਹੁੰਦਾ ਆ। ਘਰ ਦਾ ਸੂਪ ਆ, ਅਤੇ ਉਹਦੇ ਵਿੱਚ ਬਹੁਤਾ ਟਾਈਮ ਨਹੀਂ ਲੱਗਦਾ। ਸੂਪ ਬਣਾਉਣ ਵਾਲੀ ਮਸ਼ੀਨ ਮਿਲ ਜਾਂਦੀ ਆ। ਜਿਵੇਂ ਆਪਾਂ ਜੋ ਤੁਸੀਂ ਪਸੰਦ ਕਰਦੇ ਹੋ, ਜੋ ਤੁਹਾਨੂੰ ਚੀਜ਼ਾਂ ਪਚਦੀਆਂ ਆ, ਜਿਵੇਂ ਗਾਜਰ ਹੋਈ, ਲੀਕਸ ਹੋਈ, ਮਤਲਬ ਬਰੋਕਲੀ, ਜੋ ਵੀ ਹੈਗਾ, ਚੀਜ਼ਾਂ ਤਾਂ ਬਹੁਤ ਆ,
ਪਰ ਜੋ ਤੁਹਾਡੀ ਸਿਹਤ ਨੂੰ ਜਿੱਦਾਂ ਤੁਹਾਨੂੰ ਪਤਾ ਆ ਕਿ ਤੁਹਾਨੂੰ ਸੈੱਟ ਬਹਿੰਦਾ ਆ ਉਸ ਤਰੀਕੇ ਦਾ ਤੁਸੀਂ ਬਣਾ ਕੇ ਪੀ ਸਕਦੇ ਹੋ। ਹਾਂਜੀ ਹੈਲੋ ਜੀ। ਜੈ ਗੁਰਦੇਵ ਭੈਣ ਜੀ। ਧੰਨ ਗੁਰਦੇਵ ਜੀ ਆਇਆਂ ਨੂੰ ਭੈਣ ਜੀ। ਹਾਂਜੀ ਬਹੁਤ ਸੋਹਣੇ ਲੱਗਦੇ ਆ ਤੁਸੀਂ। ਥੈਂਕ ਯੂ ਜੀ। ਹਾਂਜੀ ਤੇ ਤੁਹਾਡਾ ਟੌਪਿਕ ਵੀ ਬਹੁਤ ਸੋਹਣਾ, ਠੰਡ ਦਾ, ਸਾਰਿਆਂ ਨੂੰ ਵਾਰਨਿੰਗ ਮਿਲਦੀ ਆ ਜੀ। ਹਾਂਜੀ ਤੇ ਠੰਡ ਤੋਂ ਤੇ ਬਚਣਾ ਹੀ ਚਾਹੀਦਾ ਆ, ਬੱਚੇ ਆ ਜਾਂ ਬੁੱਢੇ ਆ, ਕਿਸੇ ਤਰ੍ਹਾਂ ਵੀ ਆ, ਆਪਣੇ ਬਜ਼ੁਰਗ ਵੀ ਘੇਰ ਹੋ ਜਾਂਦੇ ਆ ਠੰਡ ਨਾਲ ਨਾ। ਜੀ ਜੀ ਹਾਂਜੀ ਬਚਣਾ ਚਾਹੀਦਾ। ਤੇ ਵੈਸੇ ਤਾਂ ਬੋਲਣ ਵਾਲੇ ਆਪਣੇ ਬੁਲਾਰੇ ਕਈ ਕੁਛ ਦੱਸ ਗਏ ਆ ਜੀ ਤੇ ਸਭ ਠੀਕ ਹੈ, ਸੋਹਣੀਆਂ ਗੱਲਾਂ ਕਰਕੇ ਗਏ ਆ, ਠੀਕ ਹੈ ਜਿੱਦਾਂ ਜਿੱਦਾਂ ਦੱਸਦੇ ਆ ਨਾ ਜੀ। ਹਾਂਜੀ ਤੇ ਬਾਕੀ ਗਰਮ ਕੱਪੜੇ ਤਾਂ ਆਪਾਂ ਸਾਰਿਆਂ ਦੇ ਸਾਰੇ ਇੱਥੇ ਕਿੰਨੇ ਵਧੀਆ ਤੋਂ ਵਧੀਆ ਨਾ ਮੋਟੇ ਹਾਂਜੀ ਤੋਂ ਭੈਣ ਮੋਟੇ ਜੀ, ਜਿਹੜਾ ਹੁਣ ਫਲੂ ਜਬ ਟੀਕਾ ਆ ਉਹ ਵੀ ਬਹੁਤ ਜ਼ਰੂਰੀ ਆ ਲਾਉਣਾ, ਉਹ ਵੀ ਹਾਂਜੀ ਉਹ ਵੀ ਠੰਡ ਨੂੰ ਬਚਾ ਕੇ ਥੋੜਾ ਰੱਖਦਾ ਆ, ਉਹ ਸਾਰਿਆਂ ਲਈ ਠੀਕ ਹੁੰਦਾ ਆ। ਹਾਂਜੀ ਜਿੱਦਾਂ ਜਿਹੜੇ ਸਿਆਣੇ ਬਜ਼ੁਰਗ ਆ ਉਹਨਾਂ ਨੂੰ ਜ਼ਿਆਦਾ ਜ਼ਰੂਰਤ ਆ। ਹਾਂਜੀ ਟੀਕਾ ਜ਼ਰੂਰ ਲਵਾਉਣਾ ਚਾਹੀਦਾ ਸਾਰਿਆਂ ਨੂੰ ਜੀ। ਹਾਂਜੀ ਤੇ ਇਹ ਵੀ ਹੁਣ ਵੈਸੇ ਤਾਂ ਜਾਵੋ ਤੁਸੀਂ ਸਰਜਰੀ 'ਚ ਵੀ ਸਾਰੇ ਪਾਸੇ ਉਹਨੇ ਲਿਖ ਕੇ ਵੀ ਲਾਏ ਆ ਤਾਂ ਕਹਿੰਦੇ ਵੀ ਆ ਜੀ। ਤੇ ਜੇ ਕਿਸੇ ਨੂੰ ਨਾ ਵੀ ਪਤਾ ਹੋਵੇ ਤਾਂ ਪਤਾ ਲੱਗ ਜਾਂਦਾ ਆ। ਹਾਂਜੀ ਹਾਂ ਤੇ ਬਾਕੀ ਗਰਮ ਰਹਿਣੇ ਲਈ ਤਾਂ ਹੁਣ ਪਤਾ ਹੀ ਆ ਆਪਾਂ ਨੂੰ, ਕੌਫੀ ਤੇ ਆਪਣਾ ਜਿੰਜਰ ਵਾਲੀ ਚਾਹ ਨਾ ਜੀ, ਇਹ ਤਾਂ ਇਹਨਾਂ ਦਿਨਾਂ 'ਚ ਹੁਣ ਠੰਡਾਂ 'ਚ ਜ਼ਰੂਰੀ ਹੋ ਜਾਂਦਾ ਆ। ਹਾਂਜੀ ਹਾਂਜੀ ਹਾਂ ਤੇ ਇੱਕ ਮੈਂ ਹੋਰ ਲੱਗੀ, ਮੈਨੂੰ ਚੇਤਾ ਆਇਆ ਸੀ, ਆਪਾਂ ਨਾ ਜਿਹੜੇ ਪਾਉਂਦੇ ਆ ਮਾਸਕ ਜੀ, ਉਹ ਠੰਡ ਵਿੱਚ ਵੀ ਬਹੁਤ ਯੂਜ਼ਫੁਲ ਆ ਜੀ ਜੀ ਉਹਨਾਂ ਦਾ। ਦੇਖੋ ਅੱਗੇ ਅਸੀਂ ਸਕਾਰਫ ਲਪੇਟੀ ਦਾ ਸੀ ਆਲੇ ਦੁਆਲੇ ਮੂੰਹ ਦੇ, ਹਾਂਜੀ ਹੁਣ ਸਾਨੂੰ ਠੰਡ ਤੋਂ ਵੀ ਬਚਾਉਂਦੇ ਆ ਮਾਸਕ। ਹਾਂਜੀ ਠੰਡ ਤੋਂ ਵੀ ਬਚਾਉਂਦੇ ਆ, ਤਾਂ ਨਾਲੇ ਤੁਹਾਨੂੰ ਪਤਾ ਹੈ ਜਿਹੜਾ ਵੀ ਇਹ ਫੁਹਾਰਾ ਹੈਗਾ ਕਰੋਨਾ ਵਾਇਰਸ ਦਾ, ਇਹ ਤੋਂ ਵੀ ਬਚਾਉਂਦੇ ਆ। ਇਹ ਤਾਂ ਹਲੇ ਪਾਉਣਾ ਚਾਹੀਦਾ ਆ। ਕਰੋਨਾ ਤੋਂ ਤਾਂ ਬਚਾਉਂਦੇ ਸੀ, ਠੰਡ ਤੋਂ ਵੀ ਇਹਨਾਂ ਦਾ ਫਾਇਦਾ, ਠੰਡ ਤੋਂ ਵੀ ਬਚਾਉਂਦੇ ਆ। ਹਾਂਜੀ ਸਹੀ ਗੱਲ ਆ। ਹਾਂਜੀ ਬਹੁਤ ਹਾਂ ਬਹੁਤ ਸਗੋਂ ਪਾਣੇ ਚਾਹੀਦੇ ਆ ਇਹ। ਜੀ ਥੈਂਕ ਯੂ ਭੈਣ ਜੀ, ਤੁਹਾਡਾ ਬਹੁਤ ਬਹੁਤ ਤੁਸੀਂ ਸੋਹਣੇ ਵਿਚਾਰ ਦਿੱਤੇ ਆ। ਹਾਂਜੀ ਹਾਂਜੀ ਤੇ ਅੱਜ ਮੇਰੇ ਕੋਲ ਗਾਣਾ ਤਾਂ ਕੋਈ ਨਹੀਂ ਹੈਗਾ ਤੇ ਫਿਰ ਅਗਲੀ ਵਾਰ ਗਾਵਾਂਗੇ। ਕੋਈ ਨਹੀਂ ਥੈਂਕ ਯੂ ਤੁਹਾਡਾ ਬਹੁਤ ਬਹੁਤ ਭੈਣ ਜੀ। ਓਕੇ ਜੀ ਓਕੇ ਓਕੇ। ਤੇ ਆਪਾਂ ਦੱਸਦੇ ਜਾਈਏ, ਡੀਨਾ ਡਾਂਸ 30 ਅਕਤੂਬਰ ਨੂੰ ਦਿਨ ਸ਼ਨੀਵਾਰ ਸੈਚਰਡਾ, ਤੇ ਤੁਸੀਂ ਸਾਰਿਆਂ ਨੇ ਹੁਮਾ ਕੇ ਆਉਣਾ, ਰੌਣਕ ਵਧਾਉਣੀ। ਡਡਲੀ ਰੋਡ ਕਮਿਊਨਿਟੀ ਸੈਂਟਰ ਜਿਹੜਾ ਗੁਰਦੁਆਰੇ ਦੇ ਗੁਰੂ ਘਰ ਦੇ ਮੂਹਰੇ ਹੈ, ਤੇ ਉੱਥੇ ਆ ਕੇ ਰੌਣਕਾਂ ਵਧਾਉਣੀਆਂ। 20 ਪੌਂਡ ਟਿਕਟ ਹੈ, ਸਾਰਿਆਂ ਦੇ ਪ੍ਰੈਜੈਂਟਰਾਂ ਦੇ ਕੋਲ ਟਿਕਟ ਹਨ ਤੇ ਡੋਰ ਤੇ ਵੀ ਟਿਕਟ ਮਿਲ ਜਾਣੇ ਹਾਂ। ਤੁਸੀਂ ਆ ਕੇ, ਇਹ ਸਿਰਫ ਉਪਰਾਲਾ ਇੱਕ ਕਾਂਛੀ ਟੀਵੀ ਚਲਾਉਣ ਵਾਸਤੇ ਵੀ ਆ ਤੇ ਨਾਲੇ ਤੁਹਾਡੇ ਇੰਜੋਇਮੈਂਟ ਲਈ ਵੀ ਆ। ਤੁਸੀਂ ਆ ਕੇ ਆਪਣੀਆਂ ਰੌਣਕਾਂ ਵਧਾਇਓ ਜੀ। ਹਾਂਜੀ ਹੈਲੋ ਜੀ। ਹੈਲੋ ਹਰਭਜਨ ਰਤੂ ਭੈਣ ਜੀ। ਜੈ ਗੁਰਦੇਵ ਵੀਰ ਜੀ। ਜੈ ਗੁਰਦੇਵ। ਮੈਂ ਬੈਡਫੋਰਡ ਤੋਂ ਤਰਸੇਮ ਬੋਲ ਰਿਹਾ। ਹਾਂਜੀ ਜੀ ਆਇਆਂ ਨੂੰ ਵੀਰ ਜੀ। ਜਦੋਂ ਵੀ ਠੰਡ ਆਵੇ, ਹਾਂਜੀ, ਭਾਰੇ ਕੱਪੜੇ ਪਾਓ ਜੀ। ਜਦ ਠੰਡ ਜਾਵੇ ਤਾਂ ਵੀ ਗਰਮ ਤੇ ਭਾਰੇ ਕੱਪੜੇ ਪਾਓ ਤਾਂ ਕਿ ਠੰਡ ਤੋਂ ਬਚਾਅ ਹੋ ਸਕੇ ਜੀ। ਇਹ ਜ਼ਰੂਰ ਹੈ। ਹੋਰ ਦੂਸਰੇ ਕਾਲਰਸ ਨੇ ਤਾਂ ਤੁਹਾਨੂੰ ਕਾਫੀ ਜਾਣਕਾਰੀ ਦਿੱਤੀ ਆ ਤੇ ਤੁਹਾਡਾ ਪ੍ਰੋਗਰਾਮ ਬਹੁਤ ਹੀ ਅੱਛਾ ਜਾ ਰਿਹਾ। ਥੈਂਕ ਯੂ ਜੀ। ਥੈਂਕ ਯੂ ਜੀ। ਥੈਂਕ ਯੂ। ਬਾਏ ਭੈਣ ਜੀ। ਓਕੇ ਬਾਏ ਜੀ ਬਾਏ। ਇਹ ਤਰਸੇਮ ਲਾਲ ਬੰਗੜ ਵੀਰ ਜੀ ਬੈਡਫੋਰਡ ਤੋਂ, ਇਹਨਾਂ ਨੇ ਬਹੁਤ ਹੀ ਥੋੜ੍ਹੇ ਜਿਹੇ ਟਾਈਮ 'ਚ ਛੋਟ ਵਿਚਾਰ ਦਿੱਤੇ, ਬਹੁਤ ਸੁੰਦਰ ਵਿਚਾਰ ਦਿੱਤੇ ਆ ਕਿ ਠੰਡ ਤੋਂ ਬਚਣਾ ਬਹੁਤ ਜ਼ਰੂਰੀ ਆ। ਗਰਮ ਕੱਪੜੇ ਪਾਓ, ਸਰੀਰ ਨੂੰ ਨਿੱਘ ਰਹਿੰਦਾ ਆ, ਤੇ ਨਾਲੇ ਇਹ ਚਾਹ ਵੀ ਗਰਮ ਗਰਮ ਪੀਣੀ ਚਾਹੀਦੀ ਆ। ਤੇ ਸਾਰੇ ਸਰੋਤਿਆਂ ਨੇ ਆ ਕੇ ਆਪੋ ਆਪਣੇ ਵਿਚਾਰ ਦਿੱਤੇ, ਸਾਨੂੰ ਬੜਾ ਚੰਗਾ ਲੱਗਦਾ ਆ। ਤੇ ਠੰਡ ਦੇ ਵਿੱਚ ਹੁਣ ਤੁਹਾਨੂੰ ਪਤਾ ਆ, ਅਕਤੂਬਰ ਮਹੀਨੇ ਦੇ ਵਿੱਚ
ਫਲੂ ਜਬ ਟੀਕੇ ਵੀ ਸ਼ੁਰੂ ਹੋ ਜਾਂਦੇ ਹਨ, ਉਹ ਵੀ ਸਾਰੇ ਮਤਲਬ ਜਿਹੜੇ ਸਿਆਣੇ ਬਜ਼ੁਰਗ ਆ ਉਹ ਲਵਾ ਲੈਣੇ ਚਾਹੀਦੇ ਹਨ। ਹੋਰ ਵੀ ਕਈ ਲਵਾਉਂਦੇ ਆ, ਜਿਹੜੇ ਅੱਗੇ ਲਵਾਉਂਦੇ ਆ ਉਹਨਾਂ ਨੂੰ ਲਵਾ ਲੈਣੇ ਚਾਹੀਦੇ ਆ, ਉਹਦੇ ਤੋਂ ਵੀ ਫਾਇਦਾ ਹੁੰਦਾ ਆ। ਜੇ ਫਲੂ ਹੋ ਵੀ ਜਾਵੇ ਤਾਂ ਉਹ ਫਿਰ ਬਹੁਤਾ ਡੂੰਘਾ, ਬਹੁਤਾ ਹੈਵੀ ਨਹੀਂ ਹੁੰਦਾ, ਅਤੇ ਇਸ ਕਰਕੇ ਉਹ ਲਵਾ ਲੈਣਾ ਚਾਹੀਦਾ ਆ। ਅਤੇ ਜਿਹੜਾ ਮੈਂ ਸੂਫ ਦੱਸਿਆ ਆ, ਮੈਂ ਨਾਲ ਦੱਸਦੀ ਜਾਵਾਂ, ਉਹ ਮਸ਼ੀਨ ਮਿਲ ਜਾਂਦੀ ਆ ਸੂਫ ਵਾਲੀ, ਉਹਦੇ ਵਿੱਚ ਬਹੁਤਾ ਟਾਈਮ ਨਹੀਂ ਲੱਗਦਾ। ਜਿੱਦਾਂ ਆਪਾਂ ਕੇਟਲ ਲਾਈ ਦੀ ਆ ਹੌਟ ਵਾਟਰ ਵਾਲੀ, ਉਸੇ ਤਰ੍ਹਾਂ ਉਹਦਾ ਪਲੱਗ ਲਾ ਕੇ ਤਾਂ ਜੋ ਵੀ ਤੁਸੀਂ ਚੀਜ਼ ਉਹਦੇ ਵਿੱਚ ਪਾਉਣੀ ਆ ਅਤੇ ਉਹ ਪਾ ਕੇ 2 ਸੈੱਟ ਹੁੰਦੇ ਆ, ਇੱਕ ਜ਼ਿਆਦਾ ਥਿੱਕ ਬਣਾਉਣ ਲਈ, ਇੱਕ ਥੋੜ੍ਹਾ ਪਤਲਾ ਰੱਖਣ ਲਈ, ਅਤੇ ਉਹ 2 ਸੈੱਟ ਆ ਬਸ। ਈਜ਼ੀ ਬਹੁਤ ਆ, ਉਹ ਜਿਹੜੇ 'ਤੇ ਤੁਸੀਂ ਤੁਹਾਨੂੰ ਚਾਹੀਦਾ ਆ ਉਹਦੇ 'ਤੇ ਸੈੱਟ ਕਰ ਦਿਓ, ਉਹ ਆਟੋਮੈਟਿਕ 20 ਮਿੰਟਾਂ 'ਚ, ਜਿਹਨੂੰ ਜ਼ਿਆਦਾ ਚਿਰ ਲੱਗਦਾ ਆ ਉਹ 20 ਮਿੰਟਾਂ 'ਚ ਬਣ ਜਾਂਦਾ, ਨਹੀਂ ਤਾਂ 20 ਮਿੰਟਾਂ ਤੋਂ ਵੀ ਘੱਟ ਸਮਾਂ ਲੱਗਦਾ ਆ। ਉਹ ਆਟੋਮੈਟਿਕ ਮਸ਼ੀਨ ਬੰਦ ਹੋ ਜਾਂਦੀ ਆ ਸੂਪ ਬਣਾ ਕੇ। ਜੋ ਵੀ ਤੁਸੀਂ ਮਸਰਾਂ ਦੀ ਦਾਲ ਦਾ ਸੂਪ ਬਣਾਉਣਾ ਹੋਵੇ, ਉਹ ਵੀ ਤੁਹਾਡੀ ਸਰੀਰ ਨੂੰ ਬਹੁਤ ਲਾਭਦਾਇਕ ਆ, ਕਿਉਂਕਿ ਅੱਜ ਕੱਲ੍ਹ ਸਰੀਰ ਨੂੰ ਗਰਮ ਰੱਖਣ ਦੇ ਇਹ ਤਰੀਕੇ ਆ। ਕਈ ਜਿਹੜੇ ਮੇਰੇ ਸਿਆਣੇ ਬਜ਼ੁਰਗ ਆ, ਉਹਨਾਂ 'ਤੇ ਚਾਹ ਜਾਂ ਕੌਫੀ ਕੈਪਚੀਨੋ ਉਹਨਾਂ 'ਤੇ ਬਹੁਤੀ ਨਹੀਂ ਪੀ ਹੁੰਦੀ, ਤਾਂ ਉਹ ਸੂਫ ਦਾ ਵੀ ਡਰਿੰਕ ਉਹ ਕਰ ਸਕਦੇ ਹਨ। ਨਾਲੇ ਤਾਂ ਸਰੀਰ ਵਾਸਤੇ ਹੈਲਥੀ ਰਹਿੰਦਾ ਹੈ ਅਤੇ ਨਾਲੇ ਤਾਕਤ ਵੀ ਆਉਂਦੀ ਆ। ਪਰ ਜਿਹੜਾ ਘਰ ਦਾ ਸੂਪ ਬਣਿਆ ਹੋਵੇ ਉਹ ਬਹੁਤ ਹੀ ਚੰਗਾ ਹੈ, ਅਤੇ ਉਹ ਤੁਸੀਂ ਵੈਸੇ ਤਾਂ ਉਹ ਫਰੈਸ਼ ਹੀ ਚੰਗਾ ਲੱਗਦਾ ਆ, ਅਤੇ ਤੁਸੀਂ ਉਹ 2 ਵਾਰੀ ਬਣਾ ਕੇ 2 ਵਾਰੀ ਪੀ ਸਕਦੇ ਹੋ। ਅਤੇ ਨਾਲ ਹੋਰ ਠੰਡ ਤੋਂ ਬਚਣ ਲਈ ਜਿਹੜੀਆਂ ਇਹ ਮੇਰੇ ਭੈਣਾਂ ਭਰਾ ਚੀਜ਼ਾਂ ਦੱਸ ਕੇ ਗਏ ਹਨ, ਤੁਸੀਂ ਉਹ ਜੋ ਵੀ ਤੁਹਾਨੂੰ ਸਿਹਤ ਲਈ ਚੰਗਾ ਫਾਇਦਾ ਦਿੰਦੀ ਹੈ ਤਾਂ ਉਹ ਤੁਸੀਂ ਵਰਤ ਲੈਣਾ, ਜੋ ਵੀ ਨੁਕਸੇ ਤੁਹਾਨੂੰ ਦੱਸ ਕੇ ਗਏ ਹਨ। ਅਤੇ ਅਸੀਂ ਇਹ ਕਹਿੰਦੇ ਹਾਂ ਕਿ ਘਰ ਦੇ ਵਿੱਚ ਹੀਟ ਵੀ ਲਾ ਕੇ ਰੱਖੋ, ਕਿਉਂਕਿ ਘਰ ਦੇ ਠੰਡ ਤੋਂ ਆਪਣਾ ਟੈਂਪਰੇਚਰ ਸਹੀ ਰੱਖੋਗੇ ਤਾਂ ਤੁਹਾਨੂੰ ਥੋੜ੍ਹਾ ਜਿਹਾ ਜ਼ਿਆਦਾ ਸਿਹਤ ਨੂੰ ਫਾਇਦਾ ਹੋਊਗਾ। ਅਤੇ ਜਿਸ ਤਰ੍ਹਾਂ ਮੇਰੀ ਭੈਣ ਨੇ ਦੱਸਿਆ ਹੈ ਕਿ ਥੋੜ੍ਹੀ ਐਕਸਰਸਾਈਜ਼ ਕਰਨੀ ਚਾਹੀਦੀ ਆ। ਐਕਸਰਸਾਈਜ਼ ਬਹੁਤ ਚੰਗੀ ਗੱਲ ਆ। ਉਹਨਾਂ ਦਾ ਕਹਿਣ ਦਾ ਮਤਲਬ ਆ ਵੀ ਸੋਫੇ 'ਤੇ ਬੈਠੇ ਜਾਂ ਤੁਸੀਂ ਚੇਅਰ 'ਤੇ ਬੈਠੇ ਆ, ਥੋੜ੍ਹਾ ਹੱਥ ਪੈਰ ਹਿਲਾਈ ਜਾਓ, ਜਿਸ ਤਰ੍ਹਾਂ ਤੁਹਾਡੀ ਜਾਨ ਕਹਿੰਦੀ ਆ, ਜਿਸ ਤਰ੍ਹਾਂ ਤੁਹਾਡਾ ਸਰੀਰ ਤੁਹਾਨੂੰ ਸਾਥ ਦਿੰਦਾ ਆ, ਇਸ ਤਰ੍ਹਾਂ ਥੋੜ੍ਹਾ ਤੁਸੀਂ ਸਰੀਰ ਨੂੰ ਹਿਲਾਓਗੇ ਤਾਂ ਤੁਹਾਡਾ ਸਰੀਰ ਗਰਮ ਰਹੂਗਾ। ਅਤੇ ਇਸੇ ਤਰ੍ਹਾਂ ਨਾਲ ਅਸੀਂ ਦੱਸਦੇ ਜਾਈਏ ਕਿ ਜਦੋਂ ਟੈਲੀ ਦੇਖਦੇ ਹਾਂ, ਟੈਲੀ ਦੇਖ ਕੇ ਘੰਟਾ ਜਾਂ ਅੱਧਾ ਘੰਟਾ ਨਾ ਬੈਠੋ, ਥੋੜ੍ਹਾ ਜਿਹਾ ਜਿੱਦਾਂ ਆਪਾਂ ਉੱਠ ਕੇ ਗਰਮ ਪਾਣੀ ਦਾ ਗਲਾਸ ਪੀ ਲਈਏ ਜਾਂ ਥੋੜ੍ਹਾ ਜਿਹਾ ਅੰਦਰ ਹੀ ਥੋੜ੍ਹੀ ਜਿਹੀ ਬੂਕ ਕਰ ਲਈਏ, ਇੰਨੇ 'ਚ ਹੀ ਬਹੁਤ ਫਾਇਦਾ ਹੋ ਜਾਂਦਾ ਆ। ਮਤਲਬ ਲੰਮਾ ਟਾਈਮ ਜਾਂ ਸੋਫੇ 'ਤੇ ਜਾਂ ਚੇਅਰ 'ਤੇ ਨਾ ਬੈਠੋ, ਇਸ ਕਰਕੇ ਫਿਰ ਕਈ ਜਿਹੜਾ ਸਰੀਰ ਨੂੰ ਇਫੈਕਟ ਪੈਂਦੇ ਹਨ। ਅਤੇ ਬਾਕੀ ਜਿੱਦਾਂ ਸੱਤਿਆ ਭੈਣ ਜੀ ਨੇ ਦੱਸਿਆ ਹੈ ਵੀ ਤੁਹਾਡੇ ਗੁਆਂਢੀ ਕੋਈ ਵੀ ਬਜ਼ੁਰਗ ਆ, ਇਕੱਲੇ ਰਹਿੰਦੇ ਆ, ਅਤੇ ਤੁਸੀਂ ਉਹਨਾਂ ਦਾ ਵੀ ਸਾਥ ਦੇ ਸਕਦੇ ਹੋ ਜੇ ਤੁਹਾਡੇ ਕੋਲ ਟਾਈਮ ਹੈਗਾ ਆ। ਅਤੇ ਇਹ ਜਿਹੜੀ ਮੈਂ ਬਹੁਤ ਵਾਰੀ ਗੱਲ ਕਰਦੀ ਹੁੰਦੀ ਹਾਂ ਸਰਦੀ ਦੇ ਟਾਈਮ ਨਾਲ, ਕਿਉਂਕਿ ਗਰਮੀਆਂ ਦੇ ਵਿੱਚ ਤਾਂ ਉਹ ਟਾਈਮ ਪਾਸ ਕਰ ਲੈਂਦੇ ਆ, ਸਰਦੀ ਦੇ ਵਿੱਚ ਉਹਨਾਂ ਲਈ ਜ਼ਰਾ ਕੁ ਮੁਸ਼ਕਿਲ ਹੋ ਜਾਂਦਾ ਹੈ। ਅਤੇ ਕਈ ਵਾਰੀ ਜਿਵੇਂ ਬਿਨ ਉਹਨਾਂ ਦਾ ਰੋਡ 'ਤੇ ਪਿਆ ਹੁੰਦਾ, ਬਾਹਰ ਪਿਆ ਹੁੰਦਾ ਆ, ਜੇ ਉਹ ਵੀ ਚੱਕ ਕੇ ਤੁਸੀਂ ਉਹਨਾਂ ਦੇ ਅੰਦਰ ਰੱਖ ਦਿਓ, ਮਤਲਬ ਮੂਹਰੇ ਜਿੱਥੇ ਉਹ ਰੱਖਦੇ ਆ ਉੱਥੇ ਰੱਖ ਦੇਵੋ, ਜਾਂ ਕਿਸੇ ਚੀਜ਼ ਦੀ ਲੋੜ ਹੋਵੇ ਉਹਨਾਂ ਨੂੰ ਬ੍ਰੈਡ ਦੁੱਧ ਲਿਆ ਦੇਵੋ, ਤਾਂ ਇੰਨੇ 'ਚ ਹੀ ਉਹਨਾਂ ਦਾ ਬਹੁਤ ਫਾਇਦਾ ਹੋ ਸਕਦਾ ਆ, ਕਿਉਂਕਿ ਪੈਸੇ ਤਾਂ ਉਹਨਾਂ ਨੇ ਦੇ ਹੀ ਦੇਣੇ ਆ। ਅਤੇ ਤੁਹਾਨੂੰ ਜਿਹੜੇ ਉਹਨਾਂ ਤੋਂ ਸ਼ੋਪਿੰਗ ਜਾਣ ਲਈ ਤਕਲੀਫ ਆ ਠੰਡ ਦੇ ਵਿੱਚ,
ਉਹ ਉਹਨਾਂ ਨੂੰ ਫਾਇਦਾ ਹੋ ਸਕਦਾ ਹੈ। ਤੁਹਾਨੂੰ ਬੜੀਆਂ ਸੀਸਾਂ ਮਿਲਣਗੀਆਂ। ਇਹ ਤਾਂ ਪਰਮਾਤਮਾ ਨੇ ਵੀ, ਸਤਿਗੁਰ ਵੀ ਕਹਿੰਦਾ ਹੈ, ਕਰ ਭਲਾ ਸੋ ਹੋ ਭਲਾ। ਜੇ ਆਪਾਂ ਕਿਸੇ ਦਾ ਭਲਾ ਕਰਾਂਗੇ, ਭਲਾ ਵੀ ਇਸ ਤਰ੍ਹਾਂ ਕਰਨਾ ਹੈ ਕਿ ਜਿੰਨਾ ਦਿਲੋਂ, ਜਿੰਨਾ ਪਿਆਰ, ਜਿੰਨਾ ਸਤਿਕਾਰ ਨਾਲ ਭਲਾ ਹੁੰਦਾ ਆ, ਓਨਾ ਕਰਨਾ ਚਾਹੀਦਾ ਆ। ਇਹ ਨਹੀਂ ਵੀ ਭਲਾ ਆਪਾਂ ਜ਼ਿਆਦਾ ਕਰ ਲਈਏ ਤਾਂ ਰੌਲੀ ਜ਼ਿਆਦਾ ਪਾਈਏ, ਨਹੀਂ। ਚੁੱਪ ਕੀਤੇ ਜਿੰਨਾ ਕੁ ਭਲਾ ਹੁੰਦਾ ਆ ਓਨਾ ਕੁ ਕਰੋ। ਸਤਿਗੁਰ ਉੱਤੇ ਤੁਹਾਨੂੰ ਉਹ ਬਹੁਤ ਤੁਹਾਨੂੰ ਆਸ਼ੀਰਵਾਦਾਂ ਦੇਵੇਗਾ, ਤੁਹਾਨੂੰ ਬਹੁਤ ਹਿੰਮਤ ਦੇਵੇਗਾ। ਉਹ ਸਤਿਗੁਰ ਦੇਖਦੇ ਆ, ਵਾਹਿਗੁਰੂ ਅੱਲਾ ਸਭ ਪਾਸੇ ਦੇਖਦਾ ਆ, ਕਿਉਂਕਿ ਬਜ਼ੁਰਗਾਂ ਦੀ, ਚਾਹੇ ਕੋਈ ਲੇਡੀ ਹੋਵੇ ਚਾਹੇ ਕੋਈ ਮੈਨ ਹੋਵੇ, ਉਹਦੀ ਮਦਦ ਕਰਨੀ ਗੁਆਂਢ ਦੀ ਬਹੁਤ ਵਧੀਆ ਗੱਲ ਹੈ, ਬਹੁਤ ਚੰਗੀ ਗੱਲ ਹੈ। ਜ਼ਰੂਰੀ ਨਹੀਂ ਅਸੀਂ ਕਹਿੰਦੇ ਕਿ ਤੁਸੀਂ ਉਹਨਾਂ ਲਈ ਘੰਟਾ ਘੰਟਾ 2-2 ਘੰਟੇ ਉਹਨਾਂ ਲਈ ਆਪਣਾ ਟਾਈਮ ਖਰਾਬ ਕਰੋ, ਪਰ ਜਿਹੜੇ ਬਜ਼ੁਰਗਾਂ ਦੀ ਤੁਸੀਂ ਥੋੜ੍ਹਾ ਬਹੁਤਾ ਮਦਦ ਕਰੋਗੇ, ਉਹ ਬਜ਼ੁਰਗ ਤੁਹਾਨੂੰ ਆਪ ਜੀ ਨੂੰ ਬਹੁਤ ਸੀਸਾਂ, ਬਹੁਤ ਉਹ ਅਰਦਾਸਾਂ ਬੇਨਤੀਆਂ ਦਿਲੋਂ ਕਰਨਗੇ ਕਿ ਪਰਮਾਤਮਾ ਇਹਨਾਂ ਨੂੰ ਠੀਕ ਰੱਖੇ। ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ ਹੈ। ਇੱਕ ਦਿਨ ਆਪਾਂ ਵੀ ਬੁੱਢੇ ਹੋਣਾ ਆ, ਤਕਰੀਬਨ ਹੁਣ ਆਪਾਂ ਵੀ ਹੋਏ ਹੋਈ ਆ, ਅਤੇ ਪਰ ਜਿੰਨਾ ਚਿਰ ਚੱਲਦੀਆਂ ਆ ਕਿਸੇ ਦੀਆਂ ਉਹ ਸੇਵਾ ਥੋੜ੍ਹੀ ਬਹੁਤੀ ਕਰ ਲੈਣੀ ਚਾਹੀਦੀ ਆ, ਕਿਉਂਕਿ ਗੁਆਂਢ ਨੂੰ ਪਤਾ ਹੁੰਦਾ ਆ ਕਿ ਇਹ ਬਜ਼ੁਰਗ 2-3 ਦਿਨ ਹੋਏ ਆ ਬਾਹਰ ਨਹੀਂ ਨਿਕਲਿਆ, ਉਹਦੀ ਡੋਰ ਕਰਕੇ ਪੁੱਛ ਲੈਣਾ, ਜਾਂ ਤੈਨੂੰ ਕੋਈ ਚੀਜ਼ ਤਾਂ ਨਹੀਂ ਚਾਹੀਦੀ, ਅਤੇ ਇਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਜਦੋਂ ਤੁਸੀਂ ਸ਼ਾਪਿੰਗ ਕਰਨ ਜਾਂਦੇ ਆ ਉਦੋਂ ਹੀ ਕੋਈ ਸਪੈਸ਼ਲੀ ਨਹੀਂ ਗਈ, ਅਤੇ ਉਦੋਂ ਹੀ ਤੁਸੀਂ ਪੁੱਛ ਸਕਦੇ ਆ, ਜਾਂ ਉਹਦੇ ਕੋਈ ਖਾਣੇ ਪੀਣੇ ਦਾ ਇੰਤਜ਼ਾਮ ਤੁਸੀਂ ਕਰ ਸਕਦੇ ਆ ਜੇ ਉਹ ਚਾਹੁੰਦਾ ਹੋਵੇ ਤਾਂ, ਹੈ ਨਾ। ਅਤੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਆ ਆਪਾਂ ਨੂੰ ਇਨਸਾਨੀਅਤ ਤੌਰ 'ਤੇ ਬਹੁਤ ਹੀ ਫਾਇਦਾ ਮਿਲਦਾ ਆ। ਅਤੇ ਬਾਕੀ ਆਪਾਂ ਫਿਰ ਇੱਕ ਵਾਰੀ ਦੱਸਦੇ ਜਾਈਏ ਡੀਨੇ ਡਾਂਸ ਬਾਰੇ। ਡੀਨਰ ਡਾਂਸ ਇਹ ਤੁਸੀਂ ਸਾਰੇ ਹੀ ਕਹਿੰਦੇ ਸੀਗੇ ਕਿ ਡੀਨਰ ਡਾਂਸ ਛੇਤੀ ਛੇਤੀ ਆਉਣਾ ਚਾਹੀਦਾ ਹੈ। ਇਹਦੇ ਵਿੱਚ ਨਾਲੇ ਤਾਂ ਕਾਂਛੀ ਟੀਵੀ ਦੀ ਸਪੋਰਟ ਹੁੰਦੀ ਆ, ਨਾਲੇ ਤੁਹਾਡਾ ਜਿਹੜਾ ਇਕੱਠ ਪਿਆਰ ਇਹ ਹੋ ਜਾਂਦਾ ਆ, ਇੱਕ ਦੂਜੇ ਦਾ ਮੇਲ ਮਿਲਾਪ ਹੋ ਜਾਂਦਾ ਆ, ਨਾਲੇ ਤੁਸੀਂ ਆਪਣੀ ਇੰਜੋਏ ਕਰਦੇ ਹੋ। ਅਤੇ ਜੋ ਅਸੀਂ ਫਿਰ ਦੁਬਾਰਾ ਕਹਿੰਦੇ ਹਾਂ, ਜੋ ਪਿੱਛੇ ਕਮੀਆਂ ਪੇਸ਼ੀਆਂ ਰਹਿ ਗਈਆਂ ਹਨ ਤਾਂ ਉਹ ਕਾਂਛੀ ਟੀਵੀ ਪੂਰੀਆਂ ਕਰੂਗਾ, ਅਤੇ ਅਸੀਂ ਉਹਨਾਂ ਨੂੰ ਦੱਸ ਦਿੱਤਾ ਹੈ ਉਹ ਪੂਰੀਆਂ ਕਰਨਗੇ। ਅਤੇ ਨਾਲੇ ਜਿੰਨਾ ਚਿਰ ਕਿਸੇ ਵੀ ਕੰਮ ਵਿੱਚ ਕੋਈ ਗਲਤੀ ਨਹੀਂ ਹੁੰਦੀ, ਉਨਾ ਚਿਰ ਆਪਾਂ ਨੂੰ ਸਿੱਖਣ ਨੂੰ ਨਹੀਂ ਮਿਲਦਾ, ਕਿਉਂਕਿ ਜੇ ਆਪਾਂ ਕੋਈ ਕੰਮ ਕਰਾਂਗੇ ਤਾਂ ਗਲਤੀ ਆਊਗੀ, ਜੇ ਆਪਾਂ ਕੰਮ ਕਰਾਂਗੇ ਹੀ ਨਾ ਤਾਂ ਗਲਤੀ ਕਿੱਦਾਂ ਹੋ ਸਕਦੀ ਆ। ਅਤੇ ਬਾਕੀ ਠੰਡ ਤੋਂ ਬਚਾ ਕੇ ਰਹਿਣ ਦਾ ਇਹੋ ਹੀ ਤਰੀਕਾ ਆ, ਅਤੇ ਜ਼ਿਆਦਾ ਕਰਕੇ ਆਪਣੀਆਂ ਗਰਮ ਕੱਪੜੇ ਘਰ ਦੇ ਵਿੱਚ ਹੀਟ ਲਾ ਕੇ ਰੱਖਣੀ। ਅਤੇ ਮੈਂ ਮੰਨਦੀ ਹਾਂ ਕਿ ਬਿੱਲ ਬਹੁਤ ਆਉਂਦੇ ਆ, ਪਰ ਜੇ ਸਿਹਤ ਆਪਣੀ ਠੀਕ ਰਹੂਗੀ ਤਾਂ ਬਿੱਲ ਆਪਾਂ ਦੇ ਸਕਦੇ ਹਾਂ। ਜਦ ਆਪਣੀ ਸਿਹਤ ਨਾ ਠੀਕ ਰਹੂਗੀ ਤਾਂ ਆਪਾਂ ਫਿਰ ਬਿੱਲ ਨੂੰ ਕੀ ਕਰਨਾ ਆ, ਆਪਾਂ ਫਿਰ ਇੱਥੇ ਜੋੜ ਕੇ ਛੱਡ ਜਾਵਾਂਗੇ, ਆਪਾਂ ਤੰਗੀਆਂ ਦੇ ਵਿੱਚ ਰਹਾਂਗੇ। ਸਤਿਗੁਰ ਨੇ, ਵਾਹਿਗੁਰੂ ਨੇ ਇੱਥੇ ਬਹੁਤ ਕੁਛ ਦਿੱਤਾ ਆ। ਤੁਸੀਂ ਠੀਕ ਰਹੋਗੇ ਤਾਂ ਤੁਹਾਡੀ ਸਿਹਤ ਠੀਕ ਰਹੂਗੀ, ਤਾਂ ਤੁਸੀਂ ਸਾਰੀਆਂ ਹੀ ਸਤਿਗੁਰ ਦੀਆਂ ਦਿੱਤੀਆਂ ਦਾਤਾਂ ਸਾਰਾ ਆਨੰਦ ਮਾਣ ਸਕਦੇ ਹੋ। ਆਪਣਾ ਸਰੀਰ ਨੂੰ ਠੀਕ ਰੱਖਣਾ, ਅਤੇ ਜਿੱਦਾਂ ਆਪਣੇ ਵੀਰ ਜੀ ਨੇ ਕਿਹਾ ਸੀ ਵੀ ਸਿਆਣਿਆਂ ਨੂੰ ਕੋਈ ਪੁੱਛਦਾ ਨਹੀਂ, ਪਰ ਆਪ ਤੁਸੀਂ ਕੋਸ਼ਿਸ਼ ਕਰੋ, ਆਪਣੀ ਸਿਹਤ ਦਾ ਖਿਆਲ ਰੱਖੋ। ਅਤੇ ਬੱਚੇ ਵੀ ਤੁਹਾਨੂੰ ਪਤਾ ਬਿਜ਼ੀ ਲਾਈਫ ਆ, ਅਤੇ ਉਹ ਵੀ ਕੰਮਾਂ ਕਾਰਾਂ 'ਤੇ ਜਾਂਦੇ ਆ, ਕਿਸੇ ਵੇਲੇ ਉਹਨਾਂ ਕੋਲ ਵੀ ਘੱਟ ਟਾਈਮ ਤੁਹਾਨੂੰ ਦੇਖਣ ਲਈ ਹੁੰਦਾ ਆ। ਅਤੇ ਇਹੀ ਮੇਰੀ
ਬਜ਼ੁਰਗਾਂ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਆਪਣਾ ਹੀਟ ਦਾ ਖਿਆਲ ਰੱਖੋ, ਆਪਣੇ ਖਾਣੇ ਪੀਣੇ ਦਾ, ਗਰਮ ਡਰਿੰਕ ਪੀਵੋ, ਅਤੇ ਬਾਕੀ ਸਾਰਿਆਂ ਦੇ ਆਪੋ ਆਪਣੇ ਵਿਚਾਰ ਹਨ। ਅਤੇ ਜਿਹੜੇ ਮੇਰੇ ਸਰੋਤੇ ਬੋਲ ਕੇ ਆਏ ਉਹਨਾਂ ਦੇ ਆਪਣੇ ਵਿਚਾਰ, ਮੇਰੇ ਆਪਣੇ ਵਿਚਾਰ, ਅਤੇ ਜੇ ਕੋਈ ਗਲਤੀ ਹੋ ਗਈ ਹੋਵੇ ਮੇਰੇ ਕੋਲੋਂ ਤਾਂ ਮੈਂ ਹੱਥ ਜੋੜ ਕੇ ਮਾफ़ੀ ਮੰਗਦੀ ਹਾਂ। ਅਤੇ ਅੱਗੇ ਵਾਸਤੇ ਤੁਸੀਂ ਮੇਰਾ ਨੈਕਸਟ ਵੀਕ ਫੇਰ ਸਾਥ ਦੇਣਾ ਇਸੇ ਤਰ੍ਹਾਂ, ਅਤੇ ਬਹੁਤ ਹੀ ਪਿਆਰ ਭਰੀ ਜੈ ਗੁਰਦੇਵ, ਧੰਨ ਗੁਰਦੇਵ।